हाँ जी, गुड ईवनिंग जी। तो तुहाडा सारिਆਂ ਦਾ ਸਵਾਗਤ है ਮਲੂਕਾ IAS ਕਰੰਟ ਅਫੇਅਰਸ ਦੀਆਂ ਜੋ ਅਸੀਂ ਕਲਾਸਿਸ ਲੈ ਰਹੇ ਹਾਂ ਉਹਨਾਂ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਤੇ ਅੱਜ ਸਾਡਾ ਇਹ ਕਰੰਟ ਅਫੇਅਰਸ ਦੀ ਜੋ ਸੀਰੀਜ਼ ਆ ਉਹਦੇ ਅੰਡਰ ਸਾਡਾ ਇਹ 14th ਕਲਾਸ ਆ। ਤੇ ਜਿਵੇਂ ਤੁਹਾਨੂੰ ਪਤਾ ਵੀ PCS 2023 ਨੂੰ ਫੋਕਸ ਕਰਕੇ ਤੁਹਾਨੂੰ ਕਰੰਟ ਅਫੇਅਰਸ ਪਲੱਸ ਪੰਜਾਬ GK ਦੀਆਂ ਫ੍ਰੀ ਆਫ ਕਾਸਟ ਕਲਾਸਿਸ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ। ਤੇ ਵਧੀਆ मतलब बहुत बच्चे ने ਜਿਹੜੇ ਰੈਗੂਲਰਲੀ ਉਹਨਾਂ ਨੂੰ ਦੇਖ ਰਹੇ ਨੇ ਤੇ ਉਹਨਾਂ ਦਾ ਕਹਿ ਲਓ ਵੀ ਥੈਂਕ ਯੂ ਹੈ ਇੱਕ ਤਰ੍ਹਾਂ ਨਾਲ ਹਨਾ, ਤੁਸੀਂ ਦੇਖ ਰਹੇ ਹੋ। ਪਲੱਸ ਤੁਹਾਨੂੰ ਇੱਕ ਹੋਰ ਰਿਕੁਐਸਟ ਹੈ ਵੀ ਤੁਸੀਂ ਇਹਨਾਂ ਵੀਡੀਓਜ਼ ਨੂੰ ਅੱਗੇ ਵੀ ਸ਼ੇਅਰ ਕਰੋ, ਠੀਕ ਹੈ ਜੀ। ਹਾਂਜੀ ਹਾਂਜੀ, ਗੁੱਡ ਈਵਨਿੰਗ ਮਨਦੀਪ ਜੀ, ਆਵਾਜ਼ ਆ ਰਹੀ ਹੈ ਜੀ ਸਾਰਿਆਂ ਨੂੰ? ਤੇ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਸਾਡਾ ਜੋ ਟੈਲੀਗ੍ਰਾਮ ਚੈਨਲ ਹੈ ਮਲੂਕਾ IAS ਪੰਜਾਬ PCS, ਉਹ ਵੀ ਪਿਛਲੇ 8-10 ਦਿਨਾਂ ਤੋਂ ਚੱਲ ਰਿਹਾ। ਉਹਦੇ ਤੇ ਵੀ ਇਹਨਾਂ ਕਰੰਟ ਅਫੇਅਰਸ ਦੀਆਂ ਕਲਾਸਿਸ ਜਾਂ ਪੰਜਾਬ GK ਦੀਆਂ ਜੋ ਕਲਾਸਿਸ ਨੇ ਉਹਨਾਂ ਦੇ ਰਿਲੇਟਡ ਜਾਂ PCS ਦੇ ਲਈ ਜਾਂ UPSC ਲਈ ਵੀ ਮੰਨ ਸਕਦੇ ਹੋ ਵੀ ਮੇਨਲੀ ਫੋਕਸ PCS ਆ, ਬਟ ਸਿਲੇਬਸ ਤੁਹਾਨੂੰ ਪਤਾ ਵੀ ਸਾਡਾ ਓਵਰਲੈਪ ਹੀ ਕਰਦਾ ਇੱਕ ਦੂਸਰੇ ਦੇ UPSC ਪਲੱਸ PCS ਦਾ। ਸੋ ਉਹਦੇ ਤੇ ਬਹੁਤ ਸਾਰੀਆਂ ਰਿਲੇਟਡ ਇਨਫੋਰਮੇਸ਼ਨਸ ਤੁਹਾਡੇ ਲਈ ਸਾਂਝੀਆਂ ਕੀਤੀਆਂ ਜਾਂਦੀਆਂ ਨੇ। ਕੁਝ ਪ੍ਰੀਵੀਅਸ ਈਅਰ ਕੁਐਸਚਨ ਪੇਪਰਸ ਦੇ ਵਿੱਚੋਂ ਕੁਝ ਕੁਐਸਚਨਸ ਪਾਏ ਜਾਂਦੇ ਨੇ ਸਪੈਸ਼ਲੀ PCS ਦੇ ਵਿੱਚੋਂ, ਤੇ ਰਿਲੇਟਡ ਜੋ ਇਨਫੋਰਮੇਸ਼ਨ ਜੋ ਰੀਸੈਂਟਲੀ ਨਿਊਜ਼ ਦੇ ਵਿੱਚ ਹੋਵੇ ਜਿਨ੍ਹਾਂ ਨੂੰ ਆਪਾਂ ਇੱਥੇ ਡਿਸਕਸ ਨਹੀਂ ਕਰ ਪਾ ਰਹੇ ਉਹ ਚੀਜ਼ਾਂ ਤੁਹਾਡੇ ਲਈ ਅਪਲੋਡ ਕੀਤੀਆਂ ਜਾ ਰਹੀਆਂ ਨੇ। ਹਾਂਜੀ, ਗੁੱਡ ਈਵਨਿੰਗ ਜੀ ਦਿਕਸ਼ਾ ਜੀ। ਸੋ ਤੁਸੀਂ ਟੈਲੀਗ੍ਰਾਮ ਚੈਨਲ ਨੂੰ ਵੀ ਜ਼ਰੂਰ ਵਿਜ਼ਿਟ ਕਰੋ। ਜਿਹੜੇ ਬੱਚੇ ਕਰ ਰਹੇ ਨੇ ਉਹ ਠੀਕ ਆ, ਤੇ ਦੂਜਿਆਂ ਨੂੰ ਵੀ ਮੈਂ ਰਿਕੁਐਸਟ ਕਰਦਾ ਵੀ ਤੁਸੀਂ ਵੀ ਉਹਨੂੰ ਦੇਖੋ, ਕਿਉਂਕਿ ਤੁਹਾਡੀ ਨੌਲੇਜ ਦੇ ਵਿੱਚ ਕੁਛ ਨਾ ਕੁਛ ਐਡ ਆਨ ਹੋਣਾ ਉੱਥੇ ਜਾ ਕੇ, ਠੀਕ ਹੈ ਜੀ। ਬਹੁਤ ਇੰਪੋਰਟੈਂਟ ਟੌਪਿਕਸ ਨੇ ਜਿਹੜੇ ਉੱਥੇ ਕਰਵਾਏ ਜਾਂਦੇ ਨੇ, ਕਵਰ ਹੁੰਦੇ ਨੇ। ਸੋ ਤੁਸੀਂ ਜ਼ਰੂਰ ਉਹਨਾਂ ਨੂੰ ਵਿਜ਼ਿਟ ਕਰੋ ਟੈਲੀਗ੍ਰਾਮ ਚੈਨਲ ਨੂੰ, ਤੇ ਉੱਥੇ ਜੋ ਵੀ ਕੁਐਸਚਨਸ ਤੁਹਾਡੇ ਲਈ ਅਪਲੋਡ ਕੀਤੇ ਜਾਂਦੇ ਨੇ ਉਹਨਾਂ ਨੂੰ ਵੀ ਰੈਗੂਲਰਲੀ ਆਨਸਰ ਕਰੋ, ਪ੍ਰੈਕਟਿਸ ਕਰੋ, ਠੀਕ ਹੈ ਜੀ। ਤੇ ਅੱਜ ਆਪਾਂ ਜੋ ਸਾਡਾ ਟੌਪਿਕ ਹੈ ਕਰੰਟ ਅਫੇਅਰਸ ਦੇ ਜੋ 1-2-3 ਟੌਪਿਕ ਸਾਡੇ ਕੱਲ੍ਹ ਵਾਲੀ ਕਲਾਸ 'ਚੋਂ ਬਚ ਗਏ ਸੀ ਉਹ ਕਰਾਂਗੇ, ਪਲੱਸ 1-2 ਨਵੇਂ ਟੌਪਿਕਸ ਜੋ ਨਿਊਜ਼ ਦੇ ਵਿੱਚ ਨੇ ਉਹਨਾਂ ਨੂੰ ਆਪਾਂ ਕਵਰ ਕਰਾਂਗੇ। ਇਹ ਮੇਨਲੀ ਜੋ ਪਹਿਲੇ 2 ਟੌਪਿਕ ਨੇ ਉਹ ਸਾਡੇ ਹੈ ਕਰੰਟ ਅਫੇਅਰਸ ਦੇ, ਬਟ ਉਹ ਰਿਲੇਟਡ ਨੇ ਜਾਂ ਕਹਿ ਲਓ ਸਾਡੇ ਸਟੈਟਿਕ ਪਾਰਟ ਦੇ ਨਾਲ, ਜੋ ਸਾਡਾ GS ਦਾ ਸਬਜੈਕਟ ਆ ਨਾ ਪੋਲਿਟੀ, ਉਹਦੇ ਨਾਲ ਰਿਲੇਟਡ ਨੇ ਟੌਪਿਕਸ ਇਹ। ਸੋ ਅੱਜ ਉਹਨਾਂ ਨੂੰ ਕਵਰ ਕਰਾਂਗੇ, ਉਹ ਵੀ ਸਾਡੇ ਲਈ ਬਹੁਤ ਇੰਪੋਰਟੈਂਟ ਨੇ। ਤੇ ਇੱਕ ਤੁਹਾਡੇ ਲਈ ਕੁਐਸਚਨ ਹੈ ਜੀ, ਰੀਸੈਂਟਲੀ ਕਾਫੀ ਟਾਈਮ ਤੋਂ ਨਿਊਜ਼ ਦੇ ਵਿੱਚ ਆ ਇਹ, ਤੇ ਤੁਸੀਂ ਦੱਸਣਾ ਉਹ ਕਿੱਥੇ ਹੈ। ਮੈਂ ਉਹਦੇ ਬਾਰੇ ਤੁਹਾਨੂੰ ਪੁੱਛ ਰਿਹਾ। ਕੁਐਸਚਨ ਹੈ ਆਰਮੀਨੀ ਪ੍ਰੋਟੈਸਟਸ, AMINI ਆਰਮੀਨੀ ਪ੍ਰੋਟੈਸਟਸ ਰੀਸੈਂਟਲੀ ਨਿਊਜ਼ 'ਚ ਨੇ, ਕਾਫੀ ਲੰਬੇ ਸਮੇਂ ਤੋਂ ਨਿਊਜ਼ ਚੱਲ ਰਹੀਆਂ ਨੇ। ਤੁਸੀਂ ਦੱਸਣਾ ਵੀ ਇਹ ਪ੍ਰੋਟੈਸਟ ਕਿਹੜੀ ਕੰਟਰੀ 'ਚ ਹੋ ਰਹੀਆਂ ਨੇ, ਠੀਕ ਹੈ ਜੀ। ਇਹਦੇ ਬਾਰੇ ਆਪਾਂ ਇੱਥੇ ਵੈਸੇ ਇਹ ਇੱਕ ਪੂਰਾ ਟੌਪਿਕ ਤਾਂ ਨਹੀਂ ਬਣ ਸਕਦਾ, ਸੋ ਦੈਟ ਆਪਾਂ ਇਹਨੂੰ ਡਿਸਕਸ ਨਹੀਂ ਕਰ ਰਹੇ, ਬਟ ਜਿਹੜੇ ਬੱਚਿਆਂ ਨੂੰ ਪਤਾ ਉਹ ਦੱਸੋ, ਤੇ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਪਤਾ ਲੱਗ ਜੂ। ਇੱਦਾਂ ਦੇ ਕੁਐਸਚਨ ਵੀ UPSC ਜਾਂ PCS ਪੁੱਛ ਲੈਂਦਾ। ਤੁਸੀਂ ਦੱਸਣਾ ਮਿਨੀ ਪ੍ਰੋਟੈਸਟ ਵਰਲਡ ਦੀ ਕਿਹੜੀ ਕੰਟਰੀ ਦੇ ਵਿੱਚ ਚੱਲ ਰਹੀਆਂ ਨੇ, ਹੋ ਰਹੀਆਂ ਨੇ ਪਿਛਲੇ ਕਾਫੀ ਲੰਮੇ ਸਮੇਂ ਤੋਂ, ਠੀਕ ਹੈ ਜੀ। ਤੇ ਇਹਦਾ ਫਿਰ ਆਪਾਂ ਡਿਸਕਸ ਕਰਾਂਗੇ, ਇਹਦੇ ਬਾਰੇ ਇਹਦਾ ਆਨਸਰ ਤੁਹਾਨੂੰ ਦੱਸਾਂਗੇ। ਤੇ ਹੁਣ ਸਾਡਾ ਜੋ ਟੌਪਿਕ ਹੈ ਅੱਜ ਦਾ ਜੋ ਹੈ ਪਾਰਲੀਮੈਂਟਰੀ ਸੈਸ਼ਨਸ, ਠੀਕ ਹੈ ਜੀ। ਕਿਉਂ ਇਹ ਨਿਊਜ਼ ਦੇ ਵਿੱਚ ਕਿਉਂ ਆ ਪਾਰਲੀਮੈਂਟਰੀ ਸੈਸ਼ਨਸ? ਕਿਉਂਕਿ ਰੀਸੈਂਟਲੀ ਸਾਡਾ ਜੋ ਪਾਰਲੀਮੈਂਟ ਦਾ ਵਿੰਟਰ ਸੈਸ਼ਨ ਆ ਨਾ ਉਹ 7 ਤਰੀਕ ਨੂੰ ਮਤਲਬ ਪਰਸੋਂ ਸਟਾਰਟ ਹੋਇਆ। ਦੈਟਸ ਵਾਈ ਪਾਰਲੀਮੈਂਟਰੀ ਸੈਸ਼ਨਸ ਵਰ ਇਨ ਨਿਊਜ਼, ਦ ਟਰਮ ਪਾਰਲੀਮੈਂਟਰੀ ਸੈਸ਼ਨ ਵਾਜ਼ ਇਨ ਨਿਊਜ਼। ਸੋ ਸਾਨੂੰ ਉਹਦੇ ਬਾਰੇ ਪਤਾ ਹੋਣਾ ਜ਼ਰੂਰੀ ਹੈ, ਆਲਦੋ ਇਟ ਇਜ਼ ਅ ਪਾਰਟ ਆਫ ਪੋਲਿਟੀ, ਬਟ ਕਿਉਂਕਿ ਕਰੰਟ ਅਫੇਅਰਸ ਦੇ ਵਿੱਚ ਆ ਤਾਂ ਇੱਥੇ ਇਸ ਨੂੰ ਡਿਸਕਸ ਕਰਨਾ ਜ਼ਰੂਰੀ ਸਮਝਿਆ, ਕਿਉਂਕਿ ਸਾਡੇ ਲਈ ਇਹ ਰੈਲੇਵੈਂਟ ਆ। ਸੋ ਇਹਦਾ ਕੁਐਸਚਨ ਜੋ ਇਹਦੇ ਲਈ ਤੁਹਾਡੇ ਲਈ ਫਰੇਮ ਕੀਤਾ ਇਸ ਟੌਪਿਕ ਦੇ ਵਿੱਚੋਂ, consider the following statements about Indian Parliament. Indian Parliament is a bicameral house where members of both the houses are elected directly by the people. ਪਹਿਲੀ ਸਟੇਟਮੈਂਟ ਤੁਹਾਨੂੰ ਇਹ ਹੈ ਜੀ, ਸਾਡੇ ਪਾਰਲੀਮੈਂਟ ਬਾਰੇ, ਸਾਡੀ ਸੰਸਦ ਬਾਰੇ ਤੁਸੀਂ ਕੰਸੀਡਰ ਕਰਨਾ ਕਿ ਭਾਰਤੀ ਸੰਸਦ ਇੱਕ 2 ਸਦਨੀ ਸਦਨ ਹੈ ਜਿੱਥੇ ਦੋਵਾਂ ਸਦਨਾਂ ਦੇ ਮੈਂਬਰ ਸਿੱਧੇ ਲੋਕਾਂ ਦੁਆਰਾ ਚੁਣੇ ਜਾਂਦੇ ਹਨ। ਪਹਿਲੀ ਸਟੇਟਮੈਂਟ ਤੁਹਾਨੂੰ ਇਹ ਆ। ਸੈਕੰਡ ਸਟੇਟਮੈਂਟ ਇਜ਼ ਇੰਡੀਅਨ ਪਾਰਲੀਮੈਂਟ ਕੰਸਿਸਟਸ ਆਫ ਦ ਲੋਕ ਸਭਾ, द राज्य सभा एंड द प्रेजिडेंट, ठीक है जी।
थर्ड स्टेटमेंट है बोथ द हाउसेज हैव इक्वल पावर्स विद रिस्पेक्ट टू पैसेज ऑफ अ मनी बिल। फोर्थ ऑप्शन है ऑल द स्टेटमेंट्स आर करैक्ट। ਤੁਸੀਂ ਦੱਸਣਾ ਹੈ ਸਾਰੀਆਂ ਕਰੈਕਟ ਨੇ ਜਾਂ ਇਹਨਾਂ ਚੋਂ ਕੋਈ ਇੱਕ ਕਰੈਕਟ ਹੈ। ਜੇ ਸਾਰੀਆਂ ਕਰੈਕਟ ਨੇ ਤੁਸੀਂ फोर्थ ऑप्शन ਆਨਸਰ ਕਰ ਸਕਦੇ ਹੋ। ਜੇ ਤੁਹਾਨੂੰ ਇਹਨਾਂ ਤਿੰਨਾਂ ਚੋਂ ਕੋਈ ਇੱਕ ਲੱਗ ਰਹੀ ਹੈ ਤਾਂ ਤੁਸੀਂ ਉਹ ਵੀ ਆਨਸਰ ਕਰ ਸਕਦੇ ਹੋ। ਠੀਕ ਹੈ ਜੀ। ਤੇ ਇਹਦਾ ਤੁਸੀਂ ਆਨਸਰ ਕਰੋ, ਫਿਰ ਆਪਾਂ ਡਿਸਕਸ ਕਰਾਂਗੇ ਜਾਂ ਇਹਦੇ ਬਾਰੇ ਤੁਹਾਨੂੰ ਸਾਡੀ ਡਿਸਕਸ਼ਨ ਦੇ ਦੌਰਾਨ ਹੀ ਪਤਾ ਲੱਗ ਜਾਣਾ। ਠੀਕ ਹੈ। ਤੇ ਹੁਣ ਆਪਾਂ ਪਾਰਲੀਮੈਂਟਰੀ ਸੈਸ਼ਨ ਦੀ ਗੱਲ ਕਰਦੇ ਹਾਂ। ਵਾਈ ਨਿਊਜ਼ ਐਜ਼ ਆਈ ਹੈਵ ਆਲਰੇਡੀ ਟੋਲਡ ਦੈਟ ਔਨ 7th of December the winter session of Indian Parliament got started। ਠੀਕ ਹੈ ਜੀ, has begun। 7 ਦਸੰਬਰ ਨੂੰ ਪਾਰਲੀਮੈਂਟ ਦਾ ਵਿੰਟਰ ਸੈਸ਼ਨ ਸਟਾਰਟ ਹੋਇਆ। then what are the constitutional provisions with respect to parliament। ਹੁਣ ਆਪਾਂ ਥੋੜਾ ਜਿਹਾ ਪਾਰਲੀਮੈਂਟ ਬਾਰੇ ਜਾਣ ਲਈਏ। ਕਈ ਬੱਚੇ ਆਨਸਰ ਵੀ ਕਰ ਰਹੇ ਨੇ। ਪ੍ਰੋਟੈਸਟ ਅਮੀਨੀ ਪ੍ਰੋਟੈਸਟ ਬਾਰੇ ਵੀ ਆਨਸਰ ਕੀਤਾ ਕਿਰਨਦੀਪ ਕੌਰ ਜੀ ਨੇ। ਵੈਰੀ ਗੁੱਡ ਜੀ। ਇਰਾਨ ਦੇ ਵਿੱਚ ਚੱਲ ਰਹੀਆਂ ਨੇ ਇਹ। ਤੇ ਅਮੀਨੀ ਇੱਕ ਗਰਲ ਦਾ ਨੇਮ ਸੀ ਮਾਸ਼ਾ ਅਮੀਨੀ, ਜਿਹਦੀ ਨਾ ਉੱਥੇ ਮਤਲਬ ਕਿ ਪੁਲਿਸ ਦੀ ਫਾਇਰਿੰਗ ਦੇ ਨਾਲ ਉਹਦੀ ਮੌਤ ਹੋ ਗਈ। ਉਹਦੇ ਬਾਅਦ ਉੱਥੇ ਪਿਛਲੇ 1.5 ਮਹੀਨੇ ਤੋਂ ਬਹੁਤ ਜ਼ਿਆਦਾ ਪ੍ਰੋਟੈਸਟਸ ਚੱਲ ਰਹੀਆਂ ਨੇ। ਦੈਟਸ ਤੇ ਉਹਨਾਂ ਪ੍ਰੋਟੈਸਟਸ ਨੂੰ ਨੇਮ ਦਿੱਤਾ ਗਿਆ ਅਮੀਨੀ ਪ੍ਰੋਟੈਸਟਸ ਦਾ। ਦੈਟਸ ਵਾਈ ਇਟ ਹੈਜ਼ ਬੀਨ ਇਨ ਨਿਊਜ਼। ਤੇ ਇਹ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ। ਠੀਕ ਹੈ ਜੀ। ਤੇ ਹੁਣ ਆਪਾਂ ਗੱਲ ਕਰਦੇ ਹਾਂ ਪਾਰਲੀਮੈਂਟ ਦੇ ਵਿਦ ਰਿਸਪੈਕਟ ਟੂ ਪਾਰਲੀਮੈਂਟ। ਸਾਡਾ ਸੰਵਿਧਾਨ, ਸਾਡਾ ਕਨਸਟੀਟਿਊਸ਼ਨ ਕੀ ਕਹਿੰਦਾ ਹੈ। ਫਸਟਲੀ ਪਾਰਲੀਮੈਂਟ ਹੈ ਕੀ ਆ। ਜਿਵੇਂ ਆਪਾਂ ਗੱਲ ਕੀਤੀ ਹੈ ਨਾ, ਜੇ ਆਪਾਂ ਪੋਲਿਟੀ ਦੀ ਗੱਲ ਕਰਦੇ ਹਾਂ ਤਾਂ ਪੋਲਿਟੀ ਦੇ ਮੇਨ 3 ਵਿੰਗਸ ਨੇ। ਵਨ ਇਜ਼ ਐਗਜ਼ੀਕਿਊਟਿਵ, ਦੈਨ ਲੈਜਿਸਲੇਟਿਵ ਐਂਡ ਦੈਨ ਜੁਡੀਸ਼ਰੀ। ਇਹ ਤਿੰਨੇ ਤੁਹਾਨੂੰ ਪਤਾ ਹੋਣੇ ਨੇ ਕੀ ਕੀ ਇਹਨਾਂ ਦੇ ਕੰਮ ਨੇ। ਚਲੋ ਪੋਲਿਟੀ 'ਚ ਪੜਾਂਗੇ। ਉਹਨਾਂ ਦੇ ਵਿੱਚੋਂ ਜਿਹੜਾ ਲੈਜਿਸਲੇਟਿਵ ਵਿੰਗ ਹੈ ਸਾਡੀ ਪੋਲਿਟੀ ਦਾ, ਸਾਡੇ ਪੋਲੀਟੀਕਲ ਸੈਟਅਪ ਦਾ, ਉਹ ਕੀ ਹੈ, ਉਹ ਹੈ ਪਾਰਲੀਮੈਂਟ। ਜੇ ਅਸੀਂ ਸੈਂਟਰਲ ਲੈਵਲ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਸਟੇਟਸ ਦੀ ਗੱਲ ਕਰਦੇ ਹਾਂ ਤਾਂ ਉਹਦੇ 'ਚ ਸਾਡੀਆਂ ਸਟੇਟ ਲੈਜਿਸਲੇਟਿਵ ਅਸੈਂਬਲੀਜ਼ ਜਾਂ ਕਾਉਂਸਲਸ ਆ ਜਾਂਦੀਆਂ ਨੇ। ਠੀਕ ਹੈ ਜੀ। ਪਾਰਲੀਮੈਂਟ ਇਜ਼ ਦਾ ਲੈਜਿਸਲੇਟਿਵ ਆਰਗਨ ਆਫ ਦਾ ਯੂਨੀਅਨ ਗਵਰਨਮੈਂਟ। ਤੇ ਜਦੋਂ ਆਪਾਂ ਕਨਸਟੀਟਿਊਸ਼ਨ ਦੀ ਗੱਲ ਕਰਦੇ ਹਾਂ ਉਹਦੇ 'ਚ ਸਪੈਸ਼ਲ ਆਰਟੀਕਲਸ ਮੈਂਸ਼ਨ ਨੇ ਜੋ ਪਾਰਲੀਮੈਂਟ ਬਾਰੇ ਗੱਲ ਕਰਦੇ ਨੇ। ਕਿਹੜੇ ਕਿਹੜੇ ਨੇ ਉਹ? ਫਰੋਮ ਆਰਟੀਕਲ 79 ਟੂ ਆਰਟੀਕਲ 122 ਇਨ ਪਾਰਟ 5। ਸਾਨੂੰ ਪਤਾ ਕਿ ਜਿਹੜਾ ਸਾਡਾ ਕਨਸਟੀਟਿਊਸ਼ਨ ਆ ਉਹਨੂੰ ਅੱਗੇ ਅਸੀਂ ਪਾਰਟਸ ਤੇ ਸ਼ੈਡਿਊਲਸ ਦੇ ਵਿੱਚ ਡਿਵਾਈਡ ਕੀਤਾ ਹੋਇਆ। ਟੋਟਲ 22 ਪਾਰਟਸ ਨੇ ਤੇ 12 ਸ਼ੈਡਿਊਲਸ ਨੇ। ਇਹ ਜਿਹੜੇ 12 ਸ਼ੈਡਿਊਲ ਨੇ ਇਹ ਤੁਹਾਨੂੰ ਪ੍ਰੋਪਰਲੀ ਪਤਾ ਹੋਣੇ ਚਾਹੀਦੇ ਨੇ ਕਿਹੜੇ ਸ਼ੈਡਿਊਲ ਦੇ ਵਿੱਚ ਕੀ ਪ੍ਰੋਵੀਜ਼ਨਸ ਨੇ। ਇਹ ਡਾਇਰੈਕਟਲੀ ਪੇਪਰ 'ਚ ਪੁੱਛੇ ਜਾਂਦੇ ਨੇ। ਪਲੱਸ ਜਿਹੜੇ 22 ਪਾਰਟਸ ਨੇ ਉਹਨਾਂ ਦੇ ਵਿੱਚੋਂ ਜਿਹੜੇ ਇੰਪੋਰਟੈਂਟ ਪਾਰਟਸ ਨੇ ਉਹ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਠੀਕ ਹੈ ਜੀ। ਤੇ ਜਿਹੜਾ ਪਾਰਟ 5 ਹੈ ਦੈਟ ਡੀਲਸ ਵਿਦ ਦ ਯੂਨੀਅਨ ਗਵਰਨਮੈਂਟ। ਜੋ ਸਾਡੀ ਯੂਨੀਅਨ ਦੀ ਗਵਰਨਮੈਂਟ ਆ ਉੱਥੇ ਚਾਹੇ ਉਹਦਾ ਚਾਹੇ ਯੂਨੀਅਨ ਗਵਰਨਮੈਂਟ ਦਾ ਲੈਜਿਸਲੇਟਿਵ ਵਿੰਗ ਆ, ਚਾਹੇ ਐਗਜ਼ੀਕਿਊਟਿਵ ਵਿੰਗ ਆ, ਚਾਹੇ ਜੁਡੀਸ਼ਰੀ ਆ, ਉਹ ਤਿੰਨੋਂ ਪਾਰਟ 5 ਦਾ ਪਾਰਟ ਨੇ। ਠੀਕ ਹੈ ਜੀ। ਪਾਰਟ 5 ਚ ਆਉਂਦੇ ਨੇ ਉਹ। ਤੇ ਪਾਰਟ 5 ਦੇ ਵਿੱਚ ਜਿਹੜੇ ਆਰਟੀਕਲਸ ਨੇ ਫਰੋਮ 79 ਟੂ 122 all of these articles they deal with parliament। ਪਾਰਲੀਮੈਂਟ ਦੀ ਆਰਗੇਨਾਈਜੇਸ਼ਨ ਬਾਰੇ, ਪਾਰਲੀਮੈਂਟ ਦੀ ਕੰਪੋਜੀਸ਼ਨ ਬਾਰੇ, ਪਲੱਸ ਪਾਰਲੀਮੈਂਟ ਦੇ ਵਿੱਚ ਕਿਹੜੇ ਕਿਹੜੇ ਆਫਿਸਸ ਹੋਣਗੇ, ਕੀ ਪਾਰਲੀਮੈਂਟ ਦੇ ਕੀ ਪ੍ਰੋਸੀਜਰਸ ਹੋਣਗੇ, ਕਿੱਦਾਂ ਬਿੱਲ ਪਾਸ ਹੋਣਗੇ, ਕੀ ਉਹਨਾਂ ਦੇ ਲਈ ਕਿਵੇਂ ਅਮੈਂਡਮੈਂਟਸ ਦੇ ਲਈ ਕੀ ਪ੍ਰੋਸੀਜਰ ਆ, ਉਹ ਸਭ ਚੀਜ਼ਾਂ ਪਾਰਲੀਮੈਂਟ ਵਿਦ ਰਿਸਪੈਕਟ ਟੂ ਪਾਰਲੀਮੈਂਟ 79 ਟੂ ਆਰਟੀਕਲ 122 ਦੇ ਵਿੱਚ ਨੇ। ਠੀਕ ਹੈ ਜੀ। ਤੇ ਫਿਰ ਆਪਾਂ ਗੱਲ ਕਰਦੇ ਹਾਂ ਆਰਟੀਕਲ 79 ਕੀ ਕਹਿੰਦਾ। Article 79 says there shall be a parliament which shall consists of, very important, which shall consists of the president and the two houses, council of the states and house of the people। ਤੁਹਾਨੂੰ ਪਤਾ ਹੋਣਾ, ਜੇ ਨਹੀਂ ਪਤਾ ਤਾਂ ਕਾਉਂਸਲ ਆਫ ਸਟੇਟਸ ਨੂੰ ਹੀ ਅਸੀਂ ਰਾਜ ਸਭਾ ਕਹਿੰਦੇ ਆ ਤੇ ਜਿਹੜਾ ਹਾਊਸ ਆਫ ਪੀਪਲ ਆ ਉਹਨੂੰ ਅਸੀਂ ਕਹਿੰਦੇ ਆ ਜੀ ਲੋਕ ਸਭਾ। ਠੀਕ ਹੈ ਜੀ। ਤੇ ਸਾਡਾ ਜਿਹੜਾ ਪਾਰਲੀਮੈਂਟ ਆ ਉਹਦੇ 3 ਪਾਰਟ ਨੇ, ਉਹਦੇ 3 ਕਨਸਟੀਚੂਐਂਟਸ, ਉਹਦੇ 3 ਚੀਜ਼ਾਂ ਤੋਂ ਰਲ ਕੇ ਪਾਰਲੀਮੈਂਟ ਬਣਦਾ ਐਸ ਪਰ ਆਰਟੀਕਲ 79। ਉਹ 3 ਚੀਜ਼ਾਂ ਕਿਹੜੀਆਂ ਨੇ? ਇੱਕ ਪ੍ਰੈਜ਼ੀਡੈਂਟ ਦਾ ਆਫਿਸ ਹੈ, ਦੈਨ ਲੋਕ ਸਭਾ ਐਂਡ ਰਾਜ ਸਭਾ। ਠੀਕ ਹੈ ਜੀ। ਵੈਰੀ ਇੰਪੋਰਟੈਂਟ, ਪੁੱਛਿਆ ਜਾ ਸਕਦਾ, ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਇਹ। ਦੈਨ ਫਿਰ ਆਪਾਂ ਗੱਲ ਕਰਦੇ ਹਾਂ ਇਹਦੀ ਕੰਪੋਜੀਸ਼ਨ ਦੀ। ਮਤਲਬ ਪਾਰਲੀਮੈਂਟ ਆਪਾਂ ਕਰ ਲਿਆ, ਫਿਰ ਲੋਕ ਸਭਾ ਤੇ ਰਾਜ ਸਭਾ ਨੂੰ ਕਿਵੇਂ ਉਹਨਾਂ ਦੀ ਕੰਪੋਜੀਸ਼ਨ ਕੀ ਆ, ਉਹਨਾਂ ਬਾਰੇ ਵੀ ਕੋਈ ਸਪੈਸ਼ਲ ਆਰਟੀਕਲ ਹੈ ਜਾਂ ਪਾਰਲੀਮੈਂਟਰੀ ਐਕਟ ਦੇ ਅੰਡਰ ਆ ਉਹਨਾਂ ਦੇ ਲਈ ਸਪੈਸ਼ਲ ਆਰਟੀਕਲਸ ਨੇ ਜੀ। ਆਰਟੀਕਲ 80 ਡੀਲਸ ਵਿਦ ਦ ਕੰਪੋਜੀਸ਼ਨ ਆਫ ਰਾਜ ਸਭਾ ਐਂਡ ਆਰਟੀਕਲ 81 ਇਟ ਡੀਲਸ ਵਿਦ ਦ ਕੰਪੋਜੀਸ਼ਨ ਆਫ ਲੋਕ ਸਭਾ। ਵੀ ਇਹਨਾਂ ਦੀ ਕਿੰਨੀ ਸਟਰੈਂਥ ਹੋਊ, ਕੀ ਇਹਦੇ ਚ ਮੈਂਬਰਸ ਹੋਣਗੇ, ਉਹ ਸਭ ਚੀਜ਼ਾਂ ਆਰਟੀਕਲ 80 ਤੇ ਆਰਟੀਕਲ 81 ਦੇ ਅੰਡਰ ਨੇ। ਠੀਕ ਹੈ ਜੀ। ਦੈਨ ਆਪਾਂ ਗੱਲ ਕਰੀਏ ਹੁਣ ਸੈਸ਼ਨਸ ਆਫ ਪਾਰਲੀਮੈਂਟ, ਜਿਹੜੀ ਚੀਜ਼ ਹੁਣ ਨਿਊਜ਼ ਦੇ ਵਿੱਚ ਕਿੰਨੇ ਸੈਸ਼ਨ ਹੁੰਦੇ ਨੇ,
ਕਿਵੇਂ ਕਿਵੇਂ ਉਹਨਾਂ ਸੈਸ਼ਨਸ ਨੂੰ ਕਾਲ ਕੀਤਾ ਜਾਂਦਾ, ਕੌਣ ਉਹਨਾਂ ਸੈਸ਼ਨਸ ਨੂੰ ਬੁਲਾਉਂਦਾ, ਉਹ ਆਪਾਂ ਉਹ ਡਿਸਕਸ ਕਰਾਂਗੇ ਹੁਣ। ਆਰਟੀਕਲ 85 ਆਰਟੀਕਲ 85 ਕਲੌਜ਼ 1 ਐਂਡ ਸਬ ਕਲੌਜ਼ 1। ਇਹਦਾ ਮਤਲਬ ਹੁੰਦਾ ਜੀ ਆਰਟੀਕਲ 85 ਕਲੌਜ਼ 1, ਇਹ ਅੱਗੇ ਉਸ ਕਲੌਜ਼ ਦਾ ਸਬ ਕਲੌਜ਼ ਹੈ, ਠੀਕ ਹੈ ਜੀ। ਆਰਟੀਕਲ 85 ਕਲੌਜ਼ 1 ਸਬ ਕਲੌਜ਼ 1, it says that president shall from time to time summon each house to meet at such time and place as she thinks fit। ਠੀਕ ਹੈ ਜੀ। ਪਹਿਲੀ ਗੱਲ ਇਹ ਹੈ ਵੀ ਜੋ ਪਾਰਲੀਮੈਂਟ ਦੇ ਸੈਸ਼ਨਸ ਨੇ ਉਹਨਾਂ ਨੂੰ ਸੰਮਨ ਕੌਣ ਕਰਦਾ, ਉਹਨਾਂ ਨੂੰ ਸੈਸ਼ਨ ਦੇ ਲਈ ਬੈਠਣ ਦੇ ਲਈ ਕਹਿ ਲਓ, ਉਹਨਾਂ ਦੀ ਜਿਹੜੀ ਬੈਠਕਾਂ ਉਹਨਾਂ ਦੀਆਂ ਹੁੰਦੀਆਂ ਨੇ, ਉਹਨਾਂ ਦੇ ਜਿਹੜੇ ਸਦਨ ਹੁੰਦੇ ਨੇ, ਉਹਨਾਂ ਸਦਨ ਨੂੰ ਕੌਣ ਬੁਲਾਉਂਦਾ, ਉਹਨਾਂ ਨੂੰ ਬੁਲਾਉਂਦਾ ਪ੍ਰੈਜ਼ੀਡੈਂਟ। ਠੀਕ ਹੈ ਜੀ। ਉਹਨਾਂ ਦੀ ਪਲੇਸ, ਉਹਨਾਂ ਦਾ ਟਾਈਮ ਪ੍ਰੈਜ਼ੀਡੈਂਟ ਨੇ ਹੀ ਡਿਸਾਈਡ ਕਰਨਾ ਹੁੰਦਾ, ਆਲਦੋ ਇਹ ਹੁੰਦੇ ਸਾਡੇ ਪਾਰਲੀਮੈਂਟ ਹਾਊਸ ਦੇ ਵਿੱਚ ਹੀ ਨੇ। ਬਟ ਇੱਕ ਇਹਦੇ ਵਿਦ ਰਿਸਪੈਕਟ ਟੂ ਦਿਸ ਇੱਕ ਹੋਰ ਪ੍ਰੋਵੀਜ਼ਨ ਆ ਜੋ ਉਸੇ ਆਰਟੀਕਲ ਦੇ ਅੰਡਰ ਆ, ਉਹ ਕੀ ਹੈ? But 6 months shall not intervene between its last sitting in one session and the date for its first sitting in the next session। ਮਤਲਬ ਅੱਜ ਇੱਕ ਸੈਸ਼ਨ ਕੰਪਲੀਟ ਹੋਇਆ, ਮੰਨ ਲਈਏ ਆਪਾਂ ਵਿੰਟਰ ਸੈਸ਼ਨ ਜੋ ਚੱਲ ਰਿਹਾ ਉਹ ਅੱਜ ਖਤਮ ਹੁੰਦਾ, ਇਹ ਅੱਜ ਲਾਸਟ ਡੇਟ ਸੀ ਇਹਦੀ, ਇਹਦੋਂ ਬਾਅਦ 6 ਮਹੀਨਿਆਂ ਦਾ ਪੀਰੀਅਡ ਆ ਜਦੋਂ ਸੈਸ਼ਨ ਨਹੀਂ ਹੋ ਸਕਦਾ ਜਾਂ ਹੋ ਵੀ ਸਕਦਾ। ਮਤਲਬ ਕਿ ਮੈਕਸਿਮਮ ਜਿਹੜਾ ਗੈਪ ਆ ਨਾ ਦੋ ਸੈਸ਼ਨਸ ਦੇ ਵਿੱਚ, ਉਹ ਮੈਕਸਿਮਮ 6 ਮੰਥਸ ਦਾ ਹੈ। ਯਾਦ ਰੱਖਿਓ 6 ਮੰਥਸ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ, ਘੱਟ ਹੋ ਸਕਦਾ, ਉਹ 'ਚ ਕੋਈ ਚੱਕਰ ਨਹੀਂ ਹੈ। ਬਟ ਐਜ਼ ਪਰ ਕਨਸਟੀਟਿਊਸ਼ਨ ਦ ਗੈਪ, ਮੈਕਸਿਮਮ ਗੈਪ ਬਿਟਵੀਨ ਟੂ ਸੈਸ਼ਨਸ ਆਫ ਦ ਪਾਰਲੀਮੈਂਟ ਕੈਨ ਨਾਟ ਐਕਸੀਡ 6 ਮੰਥਸ। ਇਹ ਚੀਜ਼ ਧਿਆਨ ਰੱਖਿਓ ਤੁਸੀਂ। ਤੇ ਯੂਜੂਅਲੀ ਦੇयर ਆਰ 3 ਸੈਸ਼ਨਸ ਇਨ ਅ ਈਅਰ। ਵੈਸੇ ਤਾਂ ਆਪਾਂ ਦੇਖੀਏ ਵੀ 6 ਮਹੀਨਿਆਂ ਦਾ ਜਿਹੜਾ ਪੀਰੀਅਡ ਆ ਉਹ ਨਹੀਂ, ਉਹ ਜੇ ਆਪਾਂ ਬਰੀਚ ਨਹੀਂ ਕਰਨਾ ਤਾਂ 2 ਸੈਸ਼ਨਸ ਦੇ ਨਾਲ ਵੀ ਕੰਮ ਚੱਲ ਸਕਦਾ, ਉਹ ਵੀ ਕਨਸਟੀਟਿਊਸ਼ਨਲੀ ਠੀਕ ਹੋਊ। ਬਟ ਜੋ ਸਾਡੀ ਪ੍ਰੈਕਟਿਸ ਆ ਉਹਦੇ ਅੰਡਰ ਹਰ ਸਾਲ 3 ਸੈਸ਼ਨ ਹੁੰਦੇ ਨੇ। ਫਸਟ ਵਨ ਇਜ਼ ਬਜਟ ਸੈਸ਼ਨ, ਜਿਹੜਾ ਫੈਬਰੂਅਰੀ ਟੂ ਮਈ ਤੱਕ ਚੱਲਦਾ। ਇਹਦੀਆਂ 2 ਸਿਟਿੰਗਸ ਹੁੰਦੀਆਂ ਨੇ। ਪਹਿਲਾਂ ਥੋੜੇ ਟਾਈਮ ਲਈ ਬਹਿੰਦਾ ਇਹ 10-15 ਦਿਨਾਂ ਲਈ, ਉੱਥੇ ਬਜਟ ਪ੍ਰਪੋਜ਼ ਹੁੰਦਾ, ਫਿਰ ਉਹਦੇ ਬਾਅਦ ਰਿਸੈਸ ਆ ਜਾਂਦੀ ਆ, ਥੋੜੇ ਟਾਈਮ ਦਾ ਗੈਪ ਹੁੰਦਾ, ਉਹਦੇ ਬਾਅਦ ਉਹ ਮਤਲਬ ਉਹਨਾਂ ਪ੍ਰੋਵੀਜ਼ਨਸ ਤੇ ਡਿਸਕਸ਼ਨ ਹੁੰਦੀ ਆ, ਫਿਰ ਦੁਬਾਰਾ ਹਾਊਸ ਸਿਟ ਕਰਦਾ, ਉੱਥੇ ਬਜਟ ਨੂੰ ਪਾਸ ਕੀਤਾ ਜਾਂਦਾ। ਤਾਂ ਕਰਕੇ ਇਹ ਸੈਸ਼ਨ ਆ ਜਿਹੜਾ ਸਭ ਤੋਂ ਲੰਮਾ ਚੱਲਦਾ। ਠੀਕ ਹੈ ਜੀ, ਕਿਹੜਾ? ਬਜਟ ਸੈਸ਼ਨ। ਦੈਨ ਸੈਕੰਡ ਇਜ਼ ਮੌਨਸੂਨ ਸੈਸ਼ਨ, ਜਿਹੜਾ ਜੁਲਾਈ ਟੂ ਸੈਪਟੈਂਬਰ ਹੁੰਦਾ, ਤੇ ਥਰਡ ਇਜ਼ ਵਿੰਟਰ ਸੈਸ਼ਨ, ਜਿਹੜਾ ਨਵੰਬਰ ਜਾਂ ਦਸੰਬਰ ਦੇ ਵਿੱਚ ਹੁੰਦਾ, ਜੋ ਕਰੰਟਲੀ ਚੱਲ ਰਿਹਾ। ਠੀਕ ਹੈ ਜੀ। ਇਹ ਸੈਸ਼ਨਸ ਨੇ ਜਿਹੜੇ ਆਪਾਂ ਪ੍ਰੈਕਟਿਸ ਆ ਸਾਡੀ ਵੀ 3 ਹੁੰਦੇ ਨੇ, ਬਟ ਜੇ ਆਪਾਂ ਕਨਸਟੀਟਿਊਸ਼ਨ ਦੇ ਅਕੋਰਡਿੰਗ ਦੇਖੀਏ ਤਾਂ ਜੇ 2 ਵੀ ਸੈਸ਼ਨ ਹੋਣਗੇ ਤਾਂ ਉਹ ਵੀ ਠੀਕ ਹੋਣਗੇ। ਇਹ ਤਾਂ ਸੀਗਾ ਸੈਸ਼ਨ, ਸਾਡੇ ਸੈਸ਼ਨਸ ਬਾਰੇ। ਤੇ ਹੁਣ ਆਪਾਂ ਕੁਐਸਚਨ ਦੀ ਗੱਲ ਕਰ ਲਈ। ਜਿਹੜਾ ਆਪਾਂ ਕੁਐਸਚਨ ਇਹਦੇ ਲਈ ਪੁੱਛਿਆ ਸੀ ਤੁਹਾਨੂੰ, ਉਹਦਾ ਆਨਸਰ ਕਿਹਨੇ ਕੀਤਾ ਹੈ? ਇੱਕ ਬੱਚੇ ਨੇ ਆਨਸਰ ਕੀਤਾ ਜੀ। ਆਨਸਰ ਵੈਸੇ ਕਰਨਾ ਚਾਹੀਦਾ ਸੀ ਤੁਹਾਨੂੰ, ਕੁਐਸਚਨ ਕੋਈ ਬਹੁਤਾ ਔਖਾ ਨਹੀਂ ਸੀ ਉਹ, ਤੇ ਜੇ ਕੋਈ ਹਲੇ ਵੀ ਬੱਚਾ ਕਰਨਾ ਚਾਹੁੰਦਾ ਤੁਸੀਂ ਕਰ ਸਕਦੇ ਹੋ। ਕੁਐਸਚਨ ਦਾ ਇੱਕ ਬਹੁਤ ਡਿਫਿਕਲਟ ਕੁਐਸਚਨ ਨਹੀਂ ਹੈ, ਈਜ਼ੀ ਹੈ, ਤੁਸੀਂ ਆਨਸਰ ਕਰ ਦਿਓ, ਆਪਾਂ ਬਾਅਦ ਚੋਂ ਡਿਸਕਸ ਕਰ ਲਾਂਗੇ ਇਹਨੂੰ। ਦੈਨ ਫਿਰ ਆਪਣੇ ਕੋਲੇ ਨੈਕਸਟ ਜੋ ਇਸੇ ਟੌਪਿਕ ਦਾ ਇੱਕ ਸਬ ਟੌਪਿਕ ਹੈ, ਦੈਟ ਇਜ਼ ਲੈਂਗੁਏਜ ਆਫ ਬਿਲਸ ਇਨ ਦਾ ਪਾਰਲੀਮੈਂਟ। ਸਾਡੇ ਸੰਸਦ ਦੇ ਵਿੱਚ, ਸਾਡੀ ਪਾਰਲੀਮੈਂਟ ਦੇ ਵਿੱਚ ਜਿਹੜੇ ਬਿਲਸ ਨੇ ਜਾਂ ਕੁਝ ਐਕਟਸ ਨੇ ਜਾਂ ਕੋਈ ਵੀ ਉਹਨਾਂ ਦੀਆਂ ਡੇ ਟੂ ਡੇ ਉਹਨਾਂ ਦੇ ਵਿੱਚ ਕੰਮ ਹੁੰਦੇ ਨੇ, ਡਿਸਕਸ਼ਨਸ ਹੁੰਦੀਆਂ ਨੇ, ਕੋਈ ਵੀ ਮੈਟਰ ਲੈ ਕੇ ਆਂਦਾ ਜਾਂਦਾ, ਉਹਨਾਂ ਦੀ ਲੈਂਗੁਏਜ ਕੀ ਹੁੰਦੀ ਆ ਉਹਦੇ ਬਾਰੇ। ਠੀਕ ਹੈ ਜੀ, ਆਪਾਂ ਗੱਲ ਕਰਨੀ ਹੈ। ਨਿਊਜ਼ ਦੇ ਵਿੱਚ ਕਿਉਂ ਆ ਇਹ? ਰੀਸੈਂਟਲੀ ਦ ਬਿਲਸ ਫॉर द फर्स्ट टाइम वर प्रोवाइडेड इन पंजाबी along with English and Hindi। एक सेकंड रुको, बा फिर करते हैं आप आगे डिस्कस। हाँ जी, आप बिल्स की गल कर रहे थे। न्यूज़ के क्यों आ लैंगुएज वाला जो पॉइंट है, बिकॉज रीसेंटली ना राज्य सभा ने जो साडे पंजाब तो MP ने संत सीचेवाल जी, उन्होंने जो भी डॉक्यूमेंट्स ने उन्होंने पंजाबी भी प्रोवाइड किया गया, क्योंकि लास्ट सैशन जो होया सी मॉनसून सैशन, उदों सीचेवाल जी ने डिमांड रखी सी भी जेडे भी डॉक्यूमेंट्स ने, कोई भी दस्तावेज ने जिन्हों के उपर डिस्कशन होनी है हाउस के, वो सानू इंग्लिश हिंदी के नाल नाल पंजाबी भी प्रोवाइड किए जान, ताकि असीं उन्होंने चंगी तरह पढ़ सकीए, समझ सकीए तो उन्होंने बारे गल कर सकीए। ठीक है जी। तो इस टाइम ये फर्स्ट टाइम होया राज्य सभा की हिस्टरी के कि
ਕਿਸੇ ਮੈਂਬਰ ਨੂੰ, ਮੈਂਬਰ ਆਫ ਪਾਰਲੀਮੈਂਟ ਨੂੰ ਜਿਹੜੇ ਡਾਕੂਮੈਂਟਸ ਨੇ ਉਹ ਪੰਜਾਬੀ ਲੈਂਗੁਏਜ ਦੇ ਵਿੱਚ ਪ੍ਰੋਵਾਈਡ ਕੀਤੇ ਗਏ ਨੇ। ਯੂਜੂਅਲੀ ਇੰਗਲਿਸ਼ ਤੇ ਹਿੰਦੀ ਦੇ ਵਿੱਚ ਹੁੰਦੇ ਨੇ, ਠੀਕ ਹੈ ਜੀ। ਤੇ ਹੁਣ ਇਹਦੇ ਰਿਲੇਟਡ ਕੁਝ ਪ੍ਰੋਵੀਜ਼ਨਸ ਨੇ ਜੋ ਸਾਡੇ ਕਨਸਟੀਟਿਊਸ਼ਨ ਦੇ ਅੰਡਰ ਨੇ। ਉਹ ਕੀ ਨੇ ਜੀ? ਉਹ ਕਹਿੰਦੇ ਸਭ ਤੋਂ ਪਹਿਲਾਂ ਹੈ ਆਰਟੀਕਲ 120। ਆਰਟੀਕਲ 120 ਕੀ ਕਹਿੰਦਾ ਹੈ? ਆਰਟੀਕਲ 120 ਗੱਲ ਕਰਦਾ ਜੀ ਲੈਂਗੁਏਜ ਟੂ ਬੀ ਯੂਜ਼ਡ ਇਨ ਪਾਰਲੀਮੈਂਟ, ਵੀ ਸਾਡੇ ਪਾਰਲੀਮੈਂਟ ਦੇ ਵਿੱਚ ਕਿਹੜੀ ਲੈਂਗੁਏਜ ਯੂਜ਼ ਹੋਣੀ ਆ। ਆਰਟੀਕਲ 120 ਕਹਿੰਦਾ ਹੈ ਕਿ ਜਿਹੜਾ ਬਿਜ਼ਨਸ ਆ ਨਾ ਪਾਰਲੀਮੈਂਟ ਦਾ, ਉਹ ਹੋਣਾ ਸਿਰਫ ਇੰਗਲਿਸ਼ ਤੇ ਹਿੰਦੀ ਦੇ ਵਿੱਚ, ਠੀਕ ਹੈ ਜੀ। ਇਹਨਾਂ ਦੋਨੋਂ ਲੈਂਗੁਏਜ ਦੇ ਵਿੱਚ ਹੋ ਸਕਦਾ। ਬਿਜ਼ਨਸ ਆਫ ਪਾਰਲੀਮੈਂਟ ਸ਼ੈਲ ਬੀ ਟ੍ਰਾਂਜੈਕਟਡ ਇਨ ਹਿੰਦੀ ਔਰ ਇਨ ਇੰਗਲਿਸ਼। ਬਟ ਇਹ ਜੋ ਆਪਾਂ ਪ੍ਰੋਵੀਜ਼ਨਸ ਨੇ ਆਰਟੀਕਲ 38 ਨੂੰ 38 ਦੇ ਅਕੋਰਡਿੰਗ ਹੋਣ, 38 ਦੇ ਅਗੇਂਸਟ ਆਰਟੀਕਲ 348 ਦੇ ਅਗੇਂਸਟ ਨਾ ਜਾਣ। ਆਪਾਂ 348 ਬਾਰੇ ਵੀ ਡਿਸਕਸ ਕਰਾਂਗੇ। ਬਟ ਹਲੇ ਜੋ ਆਰਟੀਕਲ 120 ਆ ਉਹ ਇਹ ਕਹਿੰਦਾ ਵੀ ਜੋ ਪਾਰਲੀਮੈਂਟ ਦਾ ਜੋ ਵੀ ਪ੍ਰੋਸੀਜਰ ਆ, ਜੋ ਵੀ ਡਿਸਕਸ਼ਨਸ ਨੇ, ਜੋ ਵੀ ਬਿਜ਼ਨਸ ਆ, ਉਹਦੀ ਜਿਹੜੀ ਟ੍ਰਾਂਜੈਕਸ਼ਨ ਆ ਉਹ ਸਿਰਫ ਇੰਗਲਿਸ਼ ਤੇ ਹਿੰਦੀ ਲੈਂਗੁਏਜ ਦੇ ਵਿੱਚ ਹੋਊ, ਠੀਕ ਹੈ ਜੀ। ਠੀਕ ਹੈ ਜੀ। ਪ੍ਰੋਵਾਈਡਡ ਉਹਦੇ ਬਾਅਦ ਕਹਿੰਦੇ ਵੀ ਜੇ ਹਾਊਸ ਦਾ ਚੇਅਰਮੈਨ, ਸਾਡੀ ਰਾਜ ਸਭਾ ਦਾ ਚੇਅਰਮੈਨ ਜਾਂ ਲੋਕ ਸਭਾ ਦਾ ਸਪੀਕਰ, ਲੋਕ ਸਭਾ ਦਾ ਸਪੀਕਰ ਮੇ ਪਰਮਿਟ ਐਨੀ ਮੈਂਬਰ, ਕਿਸੇ ਮੈਂਬਰ ਨੂੰ, ਕੋਈ ਮੈਂਬਰ ਆ ਹਾਊਸ ਦਾ, ਉਹਨੂੰ ਅਲਾਊ ਕਰਦੇ ਉਹ ਸੋ ਦੈਟ ਉਹ ਆਪਣੀ ਗੱਲ ਨੂੰ ਆਪਣੀ ਮਦਰ ਟੰਗ ਦੇ ਵਿੱਚ ਕਹਿ ਸਕੇ। ਜੇ ਉਹ ਬੰਦਾ, ਉਹ ਮੈਂਬਰ ਆਪਣੀ ਗੱਲ ਨੂੰ ਇੰਗਲਿਸ਼ ਜਾਂ ਹਿੰਦੀ ਦੇ ਵਿੱਚ ਕਹਿਣ ਦੇ ਵਿੱਚ ਕਹਿ ਲਓ ਪੂਰੀ ਤਰ੍ਹਾਂ ਸਮਰੱਥ ਨਹੀਂ ਹੈ, ਜਾਂ ਉਹਨੂੰ ਲੱਗਦਾ ਵੀ ਮੈਂ ਆਪਣੀ ਗੱਲ ਇੰਗਲਿਸ਼ ਜਾਂ ਹਿੰਦੀ ਦੇ ਵਿੱਚ ਪੂਰੀ ਤਰ੍ਹਾਂ ਸਮਝਾ ਨਹੀਂ ਪਾਊਂਗਾ, ਤਾਂ ਹਾਊਸ ਦਾ ਜਿਹੜਾ ਸਪੀਕਰ ਆ, ਲੋਕ ਸਭਾ ਦਾ ਸਪੀਕਰ, ਰਾਜ ਸਭਾ ਦਾ ਚੇਅਰਮੈਨ, ਉਹ ਉਸ ਪਰਟੀਕੂਲਰ ਮੈਂਬਰ ਨੂੰ ਅਲਾਊ ਕਰ ਸਕਦਾ ਕਿ ਆਪਣੀ ਗੱਲ ਆਪਣੀ ਮਦਰ ਟੰਗ ਦੇ ਵਿੱਚ ਰੱਖ ਸਕੇ, ਆਪਣੀ ਮਦਰ ਟੰਗ ਦੇ ਵਿੱਚ ਕਹਿ ਸਕੇ। ਦੈਟ ਇਜ਼ ਵਾਟ ਆਰਟੀਕਲ 120 ਸੇਜ਼, ਠੀਕ ਹੈ ਜੀ। ਫਿਰ ਉਸੇ ਤਰ੍ਹਾਂ ਇਹ ਤਾਂ ਹੋ ਗਿਆ ਪਾਰਲੀਮੈਂਟ ਦੀ ਗੱਲ। ਦੈਨ ਆਪਾਂ ਗੱਲ ਕਰਦੇ ਹਾਂ ਸਾਡੇ ਸਟੇਟ ਲੈਜਿਸਲੇਚਰ ਦੀ। ਉਹਨਾਂ ਦੇ ਲਈ ਵੀ ਸੇਮ 120 ਆਰਟੀਕਲ ਇਜ਼ ਫॉर ਪਾਰਲੀਮੈਂਟ ਐਂਡ ਆਰਟੀਕਲ 210 ਇਜ਼ ਫॉर ਸਟੇਟ ਲੈਜਿਸਲੇਟਿਵ ਅਸੈਂਬਲੀਜ਼ ਔਰ ਕਾਉਂਸਲਸ। ਇਹਦੇ ਚ ਕੀ ਹੁੰਦਾ? ਆਰਟੀਕਲ 210 ਕਹਿੰਦਾ ਵੀ ਸਟੇਟ ਲੈਜਿਸਲੇਚਰ ਦੀ ਜਿਹੜੀ ਵੀ ਪ੍ਰੋਸੀਡਿੰਗ ਆ ਉਹ ਜਾਂ ਤਾਂ ਹੋਊ ਇੰਗਲਿਸ਼ ਦੇ ਵਿੱਚ, ਜਾਂ ਹੋਊ ਹਿੰਦੀ ਦੇ ਵਿੱਚ, ਜਾਂ ਉਸ ਸਟੇਟ ਦੀ ਜਿਹੜੀ ਲੈਂਗੁਏਜ ਹੈ ਉਹਦੇ ਵਿੱਚ, ਠੀਕ ਹੈ ਜੀ। ਇਹਨਾਂ ਤਿੰਨੋਂ ਲੈਂਗੁਏਜ ਦੇ ਵਿੱਚ ਹੋ ਸਕਦੀ ਆ। ਪਲੱਸ ਇਹ ਹੋਰ ਕੀ ਕਹਿੰਦਾ ਵੀ ਜੇ ਉੱਥੋਂ ਦਾ ਜੋ ਹਾਊਸ ਦਾ ਪ੍ਰੀਸਾਈਡਿੰਗ ਆਫੀਸਰ ਆ ਉਹ ਅਲਾਉ ਕਰ ਸਕਦਾ ਕਿਸੇ ਵੀ ਮੈਂਬਰ ਨੂੰ ਆਪਣੀ ਮਦਰ ਟੰਗ ਦੇ ਵਿੱਚ ਆਪਣੀ ਗੱਲ ਰੱਖਣ ਦੇ ਲਈ, ਜੇ ਉਹ ਇਹਨਾਂ ਤਿੰਨੋਂ ਲੈਂਗੁਏਜ ਦੇ ਵਿੱਚ ਕੰਫਰਟੇਬਲ ਨਹੀਂ ਹੈ। ਮਤਲਬ ਆਪਾਂ ਕਹਿ ਲਈਏ ਵੀ ਪੰਜਾਬ ਦੀ ਅਸੈਂਬਲੀ ਦੇ ਵਿੱਚ ਕੋਈ ਨਾਰਥ ਈਸਟ ਦਾ ਕਹਿ ਲਓ ਜਾਂ ਸਾਊਥ ਦਾ ਬੰਦਾ ਸੀ ਕੋਈ ਜਿਹੜਾ ਇੱਥੇ ਇਲੈਕਟ, ਕਿਉਂਕਿ ਇੱਥੇ ਆਪਣੇ ਕੋਈ ਇੱਦਾਂ ਰਿਸਟ੍ਰਿਕਸ਼ਨ ਨਹੀਂ ਹੈ ਵੀ ਇੱਥੋਂ ਦਾ ਬੰਦਾ, ਇੱਥੋਂ ਦੀ ਕਨਸਟੀਚੁਐਂਸੀ ਦਾ ਜਿਹੜਾ ਵੀ ਜੋ ਵੀ ਇਲੈਕਸ਼ਨਸ ਨੇ ਸਟੇਟ ਦੀਆਂ, ਉਹਨਾਂ ਦੇ ਵਿੱਚ ਜਿਹੜਾ ਕੈਂਡੀਡੇਟ ਨੇ ਕੰਟੈਸਟ ਕਰਨਾ ਉਹ ਪੰਜਾਬ ਦਾ ਹੀ ਹੋਵੇ, ਇਹ ਕੋਈ ਜ਼ਰੂਰੀ ਨਹੀਂ ਹੈ। ਆਲ ਓਵਰ ਇੰਡੀਆ ਕਿਤੋਂ ਵੀ ਹੋ ਸਕਦਾ ਉਹ, ਠੀਕ ਹੈ ਜੀ। ਸੋ ਆਪਾਂ ਜੇ ਮੰਨੀਏ ਵੀ ਕੋਈ ਇਦਾਂ ਦਾ ਕੇਸ ਆ ਵੀ ਪੰਜਾਬ ਦੀ ਕਾਉਂਸਲ ਦੇ ਵਿੱਚ, ਪੰਜਾਬ ਦੀ ਅਸੈਂਬਲੀ ਦੇ ਵਿੱਚ ਕੋਈ ਬਾਹਰਲੀ ਸਟੇਟ ਦਾ ਬੰਦਾ ਇਲੈਕਟ ਹੋ ਕੇ ਆ ਚੁੱਕਿਆ ਇੱਥੇ, ਤੇ ਹੁਣ ਕਿਸੇ ਮੈਟਰ ਦੇ ਉੱਪਰ ਡਿਸਕਸ਼ਨ ਹੋ ਰਹੀ ਆ, ਤੇ ਸਾਡੀ ਜੋ ਅਸੈਂਬਲੀ ਆ ਉਹਦੀ ਲੈਂਗੁਏਜ ਜਾਂ ਪੰਜਾਬੀ ਜਾਂ ਹਿੰਦੀ ਜਾਂ ਇੰਗਲਿਸ਼, ਇਹ ਤਿੰਨ ਨੇ, ਬਟ ਉਹ ਜਿਹੜਾ ਮੈਂਬਰ ਆ ਉਹ ਇਹਨਾਂ ਤਿੰਨੋਂ ਲੈਂਗੁਏਜ ਦੇ ਵਿੱਚ ਕੰਫਰਟੇਬਲ ਨਹੀਂ ਹੈ, ਤਾਂ ਜਿਹੜੇ ਸਾਡੇ ਹਾਊਸ ਦਾ ਸਪੀਕਰ ਹੋਊਗਾ ਉਹ ਉਸ ਪਰਟੀਕੂਲਰ ਮੈਂਬਰ ਨੂੰ ਇਹ ਪਰਮਿਸ਼ਨ ਦੇ ਸਕਦਾ ਕਿ ਉਹ ਆਪਣੀ ਗੱਲ ਆਪਣੀ ਮਦਰ ਟੰਗ ਦੇ ਵਿੱਚ ਰੱਖ ਸਕੇ, ਠੀਕ ਹੈ ਜੀ। ਇਹ ਆ ਆਰਟੀਕਲ 210, ਇਹਦੇ ਬਾਰੇ ਪੜ੍ਹ ਲਿਓ, ਬਸ ਇਹੀ ਲਿਖਿਆ। ਦੈਨ ਆਪਾਂ ਗੱਲ ਕੀਤੀ ਸੀ ਆਰਟੀਕਲ 348 ਦੀ, ਵੀ ਜਿਹੜੇ ਵੀ ਆਰਟੀਕਲ 120 ਤੇ ਆਰਟੀਕਲ 210 ਨੇ, ਇਹ ਦੋਨੋਂ ਆਰਟੀਕਲ 348 ਉਹਦੀਆਂ ਪ੍ਰੋਵੀਜ਼ਨਸ ਨੂੰ ਵਾਇਲੇਟ ਨਾ ਕਰਨ। ਹੁਣ ਆਰਟੀਕਲ 348 ਕੀ ਕਹਿੰਦਾ? ਆਰਟੀਕਲ 348 ਡੀਲਸ ਵਿਦ ਦ ਲੈਂਗੁਏਜ ਟੂ ਬੀ ਯੂਜ਼ਡ ਇਨ ਸੁਪਰੀਮ ਕੋਰਟ ਐਂਡ ਹਾਈ ਕੋਰਟਸ ਐਂਡ ਫॉर ਐਕਟਸ ਐਂਡ ਬਿਲਸ। ਜਿਹੜੇ ਵੀ ਸਾਡੀ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਵਿੱਚ ਲੈਂਗੁਏਜ ਯੂਜ਼ ਹੋਣੀ ਆ ਉਹਦੀ ਗੱਲ ਕਰਦਾ। ਪਲੱਸ ਜੇ ਕੋਈ ਐਕਟ, ਜੇ ਕੋਈ ਬਿੱਲ ਪਾਰਲੀਮੈਂਟ ਜਾਂ ਸਟੇਟ ਲੈਜਿਸਲੇਚਰ ਦੇ ਵਿੱਚ ਇੰਟਰੋਡਿਊਸ ਕੀਤਾ ਜਾ ਰਿਹਾ ਉਹਦੀ ਗੱਲ ਕਰਦਾ, ਜਾਂ ਕੋਈ ਆਰਡੀਨੈਂਸ ਪ੍ਰੈਜ਼ੀਡੈਂਟ ਜਾਂ ਗਵਰਨਰ ਲੈ ਕੇ ਆਉਂਦਾ ਉਹਦੀ ਗੱਲ ਕਰਦਾ। ਆਰਟੀਕਲ 348 ਉਹਨਾਂ ਦੀ ਲੈਂਗੁਏਜ ਦੀ ਗੱਲ ਕਰਦਾ, ਠੀਕ ਹੈ ਜੀ। ਵੈਰੀ ਇੰਪੋਰਟੈਂਟ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਇਹ ਕਹਿੰਦਾ ਕੀ ਆ? Article 348 states that the language of all the bills and amendments to be introduced in Parliament or in either house of the state legislature, ਇਹ ਤਾਂ ਹੋ ਗਈ ਗੱਲ ਬਿਲਸ ਦੀ, ਜਿਹੜੇ ਬਿੱਲ ਇੰਟਰੋਡਿਊਸ ਕੀਤੇ ਜਾਂਦੇ ਨੇ। ਤੇ ਫਿਰ ਆਪਾਂ ਇਹ ਕਹਿੰਦਾ ਵੀ ਜਿਹੜੇ ਐਕਟ ਨੇ,
ਜਿਹੜੇ ਵੀ ਐਕਟ ਪਾਸ ਹੁੰਦੇ ਨੇ ਉਹਨਾਂ ਦੀ ਲੈਂਗੁਏਜ। ਪਹਿਲੀ ਗੱਲ ਕਰਦਾ ਬਿਲਸ ਦੀ, ਜਿਹੜੇ ਬਿੱਲ ਬਾਅਦ ਚ ਜਿਨ੍ਹਾਂ ਨੇ ਐਕਟ ਬਣਨਾ, ਦੈਨ ਆਲ ਦਾ ਐਕਟਸ ਜਿਨ੍ਹਾਂ ਨੂੰ ਪਾਰਲੀਮੈਂਟ ਜਾਂ ਸਟੇਟ ਲੈਜਿਸਲੇਚਰ ਨੇ ਪਾਸ ਕਰਨਾ, ਪਲੱਸ ਆਲ ਦਾ ਆਰਡੀਨੈਂਸਿਸ। ਆਰਡੀਨੈਂਸ ਤੁਹਾਨੂੰ ਜਿਵੇਂ ਪਤਾ ਹੋਣਾ ਕਿ ਪ੍ਰੈਜ਼ੀਡੈਂਟ ਤੇ ਗਵਰਨਰ ਕੋਲ ਇੱਕ ਪਾਵਰ ਆ ਕਿ ਉਹ ਆਰਡੀਨੈਂਸ ਇੱਕ ਐਕਟ ਦੀ ਤਰ੍ਹਾਂ ਹੀ ਹੁੰਦੇ ਨੇ। ਜਦੋਂ ਸਾਡਾ ਹਾਊਸ ਸਿਟਿੰਗ ਦੇ ਵਿੱਚ ਨਹੀਂ ਹੈ, ਸੈਸ਼ਨ ਦੇ ਵਿੱਚ ਨਹੀਂ ਹੈ, ਬਟ ਇੱਦਾਂ ਦੀ ਕੋਈ ਐਮਰਜੈਂਟ ਕੰਡੀਸ਼ਨ ਰਾਈਜ਼ ਹੋ ਗਈ ਜਿਹਦੇ ਲਈ ਐਕਟ ਦੀ ਸਾਨੂੰ ਜ਼ਰੂਰਤ ਹੈ, ਬਟ ਉਸ ਟਾਈਮ ਤੇ ਐਕਟ ਹੈ ਨਹੀਂਗਾ। ਦੂਸਰੀ ਗੱਲ, ਹਾਊਸ ਸਾਡਾ ਸੈਸ਼ਨ ਦੇ ਵਿੱਚ ਨਹੀਂ ਹੈਗਾ ਜਿਹਦੇ ਨਾਲ ਆਪਾਂ ਐਕਟ ਪਾਸ ਕਰਵਾਉਣਾ। ਸੋ ਉਸ ਕੇਸ ਦੇ ਵਿੱਚ ਪ੍ਰੈਜ਼ੀਡੈਂਟ ਜਾਂ ਗਵਰਨਰ ਨੂੰ ਇੱਕ ਪਾਵਰ ਦਿੱਤੀ ਗਈ ਆ ਸਾਡੇ ਕਨਸਟੀਟਿਊਸ਼ਨ ਵੱਲੋਂ ਆਰਡੀਨੈਂਸ ਲੈ ਕੇ ਆਉਣ ਦੀ। ਆਰਡੀਨੈਂਸ ਇੰਟਰੋਡਿਊਸ ਕਰ ਸਕਦੇ ਨੇ ਉਹ, ਜਿਹਦੀਆਂ ਪਾਵਰਸ ਸੇਮ ਹੋਣਗੀਆਂ ਐਜ਼ ਐਨ ਐਕਟ, ਐਜ਼ ਐਨ ਆਰਡੀਨਰੀ ਐਕਟ ਪਾਸਡ ਬਾਈ ਪਾਰਲੀਮੈਂਟ ਔਰ ਲੈਜਿਸਲੇਚਰ। ਇਹ ਪੋਲਿਟੀ ਦੇ ਵਿੱਚ ਡਿਸਕਸ ਕੀਤਾ ਜਾਊ ਡਿਟੇਲ ਦੇ ਵਿੱਚ। ਇਹਨਾਂ ਸਾਰੀਆਂ ਦੀ ਜਿਹੜੀ ਲੈਂਗੁਏਜ ਹੈ, ਚਾਹੇ ਉਹ ਬਿੱਲ ਆ, ਚਾਹੇ ਕੋਈ ਐਕਟ ਆ, ਚਾਹੇ ਕੋਈ ਆਰਡੀਨੈਂਸ ਆ, ਇਹਨਾਂ ਸਾਰਿਆਂ ਦੀ ਲੈਂਗੁਏਜ ਆ ਜਿਹੜੀ ਇੰਗਲਿਸ਼ ਹੋਊਗੀ। ਇਹ ਆਰਟੀਕਲ 348 ਕਹਿੰਦਾ, ਠੀਕ ਹੈ ਜੀ। ਪਲੱਸ ਇਹਦੇ ਵਿੱਚ ਕੁਛ ਨਾ ਕੁਛ ਐਕਸੈਪਸ਼ਨਸ ਵੀ ਹੈਗੀਆਂ ਨੇ। ਐਕਸੈਪਸ਼ਨਸ ਕੀ ਨੇ? ਕਹਿੰਦੇ ਬਟ ਇਨ ਕੇਸਿਸ, ਉਹਨਾਂ ਕੇਸਿਸ ਦੇ ਵਿੱਚ ਜਿੱਥੇ ਸਟੇਟ ਲੈਜਿਸਲੇਚਰ ਨੇ, ਕਹਿ ਲਓ ਵੀ ਸਟੇਟ ਲੈਜਿਸਲੇਚਰ ਨੇ ਹੈਜ਼ ਪ੍ਰਿਸਕ੍ਰਾਈਬਡ ਦ ਲੈਂਗੁਏਜ ਅਦਰ ਦੈਨ ਇੰਗਲਿਸ਼। ਕੋਈ ਵੀ ਸਾਡੀ ਸਟੇਟ ਦੀ ਲੈਜਿਸਲੇਟਿਵ ਅਸੈਂਬਲੀ ਹੈ ਜਾਂ ਕਾਉਂਸਲ ਹੈ, ਉਹਨਾਂ ਨੇ ਇੰਗਲਿਸ਼ ਤੋਂ ਬਿਨਾਂ ਕੋਈ ਹੋਰ ਲੈਂਗੁਏਜ ਨੂੰ ਆਪਣੇ ਲੈਜਿਸਲੇਚਰ ਦੀ ਲੈਂਗੁਏਜ ਬਣਾਤਾ, ਤਾਂ ਉਸ ਕੇਸ ਦੇ ਵਿੱਚ ਜਿਹੜੀ ਵੀ ਲੈਂਗੁਏਜ, ਜਿਵੇਂ ਪੰਜਾਬ ਦੀ ਗੱਲ ਕਰੀਏ ਵੀ ਪੰਜਾਬ ਦੀ ਅਸੈਂਬਲੀ ਨੇ ਕਹਿਤਾ ਵੀ ਪੰਜਾਬ, ਜੋ ਸਾਡੀ ਪੰਜਾਬ ਦੀ ਵਿਧਾਨ ਸਭਾ ਗਈ, ਉਹਦੇ 'ਚ ਪੰਜਾਬੀ ਭਾਸ਼ਾ ਦੇ ਵਿੱਚ ਹੀ ਬਿੱਲ ਜਾਂ ਐਕਟ ਜਾਂ ਆਰਡੀਨੈਂਸ ਇੰਟਰੋਡਿਊਸ ਕੀਤੇ ਜਾਣਗੇ, ਠੀਕ ਹੈ ਜੀ। ਬਟ ਆਰਟੀਕਲ 348 ਕਹਿੰਦਾ ਵੀ ਉਹ ਇੰਗਲਿਸ਼ 'ਚ ਹੋਣੇ ਚਾਹੀਦੇ ਨੇ। ਤਾਂ ਇਸ ਕੇਸ ਦੇ ਵਿੱਚ ਆਰਟੀਕਲ 348 ਸਾਡੀ ਅਸੈਂਬਲੀ ਨੂੰ ਇੱਕ ਐਕਸੈਪਸ਼ਨ ਦੇ ਦੂਗਾ। ਕੀ ਐਕਸੈਪਸ਼ਨ ਕੀ ਆ ਉਹ? ਵੀ ਜਦੋਂ ਵੀ ਕੋਈ ਵੀ ਬਿੱਲ ਪੰਜਾਬੀ 'ਚ ਲਿਆਂਦਾ ਜਾ ਰਿਹਾ, ਉਹਨੂੰ ਗਵਰਨਰ ਦੀ ਅਥਾਰਟੀ ਦੇ ਅੰਡਰ ਆਪਾਂ ਇੰਗਲਿਸ਼ ਦੇ ਵਿੱਚ ਟਰਾਂਸਲੇਟ ਕਰਕੇ ਜਦੋਂ ਪੇਸ਼ ਕਰਾਂਗੇ, ਤਾਂ ਉਸ ਟਰਾਂਸਲੇਟਡ ਐਕਟ ਨੂੰ ਵੀ ਆਪਾਂ ਇੱਕ ਅਥਾਰਟੇਟਿਵ ਟੈਕਸਟ ਮੰਨਿਆ ਜਾਊ, ਠੀਕ ਹੈ ਜੀ, ਉਹਨੂੰ ਵੈਲਿਡ ਮੰਨਿਆ ਜਾਊ। ਇਹ ਆ ਆਰਟੀਕਲ 348। ਮਤਲਬ ਲੈਂਗੁਏਜ ਇੰਗਲਿਸ਼ ਹੀ ਰਹਿਣੀ ਆ, ਬਟ ਸਟੇਟਸ ਨੂੰ ਅਲਾਉ ਕੀਤਾ ਜਾਂਦਾ ਵੀ ਉਹ ਆਪਣਾ ਕੰਮ ਆਪਣੀ ਲੈਂਗੁਏਜ ਦੇ ਵਿੱਚ ਕਰ ਸਕਦੇ ਨੇ, ਪ੍ਰੋਵਾਈਡਡ ਉਸ ਲੈਂਗੁਏਜ ਨੂੰ ਇੰਗਲਿਸ਼ ਦੇ ਵਿੱਚ ਟਰਾਂਸਲੇਟ ਕਰਕੇ ਜੋ ਵੀ ਮੁੱਦੇ ਨੇ ਉਹਨਾਂ ਨੂੰ ਪੇਸ਼ ਕੀਤਾ ਜਾਵੇ ਨਾਲ, ਠੀਕ ਹੈ ਜੀ। ਇਹ ਸੀਗਾ ਆਪਣਾ ਲੈਂਗੁਏਜ ਬਾਰੇ। ਤੇ ਹੁਣ ਆਪਣਾ ਜੋ ਕੁਐਸਚਨ ਆਪਾਂ ਗੱਲ ਕੀਤੀ ਸੀ, ਇਹਦਾ ਆਨਸਰ 2 ਬੱਚਿਆਂ ਨੇ ਕੀਤਾ, ਚਲੋ ਕੋਈ ਨਹੀਂ। ਕੁਐਸਚਨ 1 ਓਨਲੀ 2, ਠੀਕ ਹੈ ਜੀ। ਓਨਲੀ ਸੈਕੰਡ ਸਟੇਟਮੈਂਟ ਠੀਕ ਹੈ, ਕਿਉਂਕਿ ਫਸਟ ਸਟੇਟਮੈਂਟ ਨਾਲ ਜਿੱਥੇ ਇੰਡੀਅਨ ਪਾਰਲੀਮੈਂਟ ਇਜ਼ ਬਾਈ ਕੈਮਰਲ ਹਾਊਸ ਵੇਅਰ ਮੈਂਬਰਸ ਆਫ ਬੋਥ ਹਾਊਸਸ ਆਰ ਇਲੈਕਟਡ ਡਾਇਰੈਕਟਲੀ। ਨਹੀਂ ਜੀ, ਦੋਨੇ ਡਾਇਰੈਕਟਲੀ ਇਲੈਕਟ ਨਹੀਂ ਹੁੰਦੇ। ਇਹ ਲੋਕ ਸਭਾ ਦੇ ਜੋ ਲੋਕ ਸਭਾ ਵਾਲੇ ਮੈਂਬਰ ਨੇ ਉਹਨਾਂ ਨੂੰ ਆਪਾਂ ਡਾਇਰੈਕਟਲੀ ਇਲੈਕਟ ਕਰਦੇ ਹਾਂ। ਲੋਕ ਜਿਹੜੇ ਸਾਡੇ ਵੋਟਰ ਨੇ ਉਹ ਸਿੱਧੇ ਤੌਰ ਤੇ ਉਹਨਾਂ ਨੂੰ ਵੋਟ ਪਾ ਕੇ ਇਲੈਕਟ ਕਰਦੇ ਨੇ। ਬਟ ਜਿਹੜੀ ਰਾਜ ਸਭਾ ਦੀ, ਰਾਜ ਸਭਾ ਦੇ ਜੋ ਵੀ ਮੈਂਬਰਸ ਨੇ ਉਹਨਾਂ ਦੀਆਂ ਇਲੈਕਸ਼ਨਸ ਇਨਡਾਇਰੈਕਟਲੀ ਹੁੰਦੀਆਂ ਨੇ, ਲੋਕਾਂ ਦੁਆਰਾ ਨਹੀਂ ਹੁੰਦੀਆਂ। ਸਾਡੇ ਚੁਣੇ ਹੋਏ ਜਿਹੜੇ ਸਾਡੇ ਕੈਂਡੀਡੇਟਸ ਨੇ ਉਹ ਵੋਟ ਪਾਉਂਦੇ ਨੇ, ਉਹ ਉਹਨਾਂ ਨੂੰ ਚੁਣਦੇ ਨੇ, ਠੀਕ ਹੈ ਜੀ। ਉਹ ਇਲੈਕਸ਼ਨ ਨੂੰ ਕਹਿੰਦੇ ਨੇ ਇਨਡਾਇਰੈਕਟ ਇਲੈਕਸ਼ਨ। ਧਿਆਨ ਰੱਖਿਓ, ਰਾਜ ਸਭਾ ਲਈ ਜਿਹੜੀ ਇਲੈਕਸ਼ਨ ਆ ਉਹ ਇਨਡਾਇਰੈਕਟ ਹੁੰਦੀ ਆ, ਲੋਕ ਸਭਾ ਲਈ ਡਾਇਰੈਕਟ ਹੁੰਦੀ ਆ। ਸੈਕੰਡ ਸਟੇਟਮੈਂਟ ਸਾਡੀ ਠੀਕ ਆ, ਪਾਰਲੀਮੈਂਟ ਦੇ ਵਿੱਚ ਲੋਕ ਸਭਾ ਹੈ, ਰਾਜ ਸਭਾ ਹੈ ਤੇ ਪ੍ਰੈਜ਼ੀਡੈਂਟ ਹੈ। ਥਰਡ ਸਟੇਟਮੈਂਟ, ਬੋਥ ਦਾ ਹਾਊਸਸ ਹੈਵ ਇਕੁਅਲ ਪਾਵਰਸ ਵਿਦ ਰਿਸਪੈਕਟ ਟੂ ਪੈਸੇਜ ਆਫ ਮਨੀ ਬਿੱਲ। ਇਹ ਗਲਤ ਹੈ ਜੀ। ਇੱਥੇ ਮਨੀ ਬਿੱਲ ਦੇ ਰਿਗਾਰਡਿੰਗ ਜਦੋਂ ਆਪਾਂ ਪੋਲਿਟੀ ਦੇ ਵਿੱਚ ਪੜਾਂਗੇ ਤਾਂ ਮਨੀ ਬਿੱਲ ਦੇ ਰਿਗਾਰਡਿੰਗ ਲੋਕ ਸਭਾ ਨੂੰ ਜ਼ਿਆਦਾ ਪਾਵਰਸ ਦਿੱਤੀਆਂ ਹੋਈਆਂ ਨੇ ਐਜ਼ ਕੰਪੇਅਰ ਟੂ ਰਾਜ ਸਭਾ, ਠੀਕ ਹੈ ਜੀ। ਤਾਂ ਇਹ ਸਟੇਟਮੈਂਟ ਗਲਤ ਹੋਗੀ। ਤੇ ਹੁਣ ਸਾਡਾ ਜੋ ਨੈਕਸਟ ਟੌਪਿਕ ਹੈ ਦੈਟ ਇਜ਼ ਬਿਮਸਟੈਕ। ਇਹ ਵੀ ਕਾਫੀ ਇੰਪੋਰਟੈਂਟ ਟੌਪਿਕ ਆ ਤੇ ਇਹਦੇ ਬਾਰੇ ਕੁਐਸਚਨ ਹੈ, ਤੁਸੀਂ ਕੁਐਸਚਨ ਦੱਸਣਾ। ਕੁਐਸਚਨ ਹੈ, ਵਿਚ ਆਫ ਦਾ ਫੋਲੋਇੰਗ ਆਰ ਮੈਂਬਰਸ ਆਫ ਬੋਥ ਬਿਮਸਟੈਕ ਐਂਡ ਸਾਰਕ। ਸਾਰਕ ਦੇ ਤੇ ਬਿਮਸਟੈਕ ਦੇ ਇਹਨਾਂ ਚੋਂ ਕਿਹੜੇ ਕਿਹੜੇ ਮੈਂਬਰ ਨੇ ਜਿਹੜੇ ਦੋਨਾਂ ਦੇ ਕਾਮਨ ਮੈਂਬਰ ਨੇ, ਤੁਸੀਂ ਉਹ ਦੱਸਣਾ। ਫਸਟ ਇਜ਼ ਇੰਡੀਆ, ਪਾਕਿਸਤਾਨ, ਸ਼੍ਰੀਲੰਕਾ, ਨੇਪਾਲ, ਬੰਗਲਾਦੇਸ਼, ਮਿਆਂਮਾਰ। ਇਹਨਾਂ 6 ਦੇ ਵਿੱਚੋਂ ਤੁਸੀਂ ਦੱਸਣਾ ਵੀ ਕਿਹੜੇ ਕਿਹੜੇ ਮੈਂਬਰ ਬਿਮਸਟੈਕ ਐਂਡ ਸਾਰਕ ਦੋਨਾਂ ਦੇ ਸਾਂਝੇ ਮੈਂਬਰ ਨੇ ਉਹ, ਠੀਕ ਹੈ ਜੀ। ਤੇ ਹੁਣ ਆਪਾਂ ਗੱਲ ਕਰੀਏ ਬਿਮਸਟੈਕ ਵਾਈ ਇਜ਼ ਇਨ ਨਿਊਜ਼। Recently, in 2022 marks the 25th year of establishment of BIMSTEC. BIMSTEC ਨੂੰ ਬਣੇ ਹੋਏ 2022 ਦੇ ਵਿੱਚ 25 ਸਾਲ ਹੋ ਗਏ। ਸੋ BIMSTEC ਸਾਡੇ ਲਈ ਇੰਪੋਰਟੈਂਟ ਹੋ ਜਾਂਦਾ। Also, BIMSTEC has adopted its charter earlier this year. 2022 ਦੇ ਵਿੱਚ ਹੀ ਇਹਨਾਂ ਨੇ ਆਪਣਾ ਜਿਹੜਾ ਆਫੀਸ਼ੀਅਲ ਚਾਰਟਰ ਹੈ ਉਹਨੂੰ ਅਡਾਪਟ ਕੀਤਾ। ਇਸ ਤੋਂ ਪਹਿਲਾਂ ਚਾਰਟਰ ਨਹੀਂ ਸੀ, 2022 ਦੇ ਵਿੱਚ ਇਹਨਾਂ ਨੇ ਆਪਣਾ ਚਾਰਟਰ ਅਡਾਪਟ ਕੀਤਾ। ਪਲੱਸ ਇਸ ਸਾਲ ਇਹਨੂੰ 25 ਸਾਲ ਹੋ ਗਏ BIMSTEC ਨੂੰ ਬਣੇ ਹੋਏ, ਤਾਂ ਸਾਡੇ ਲਈ ਇੰਪੋਰਟੈਂਟ ਆ। ਹੁਣ ਆਪਾਂ ਗੱਲ ਕਰੀਏ ਬਿਮਸਟੈਕ ਹੈ ਕੀ।
ਜੇ ਇਹਦੀ ਫੁੱਲ ਫਾਰਮ ਦੀ ਗੱਲ ਕਰੀਏ ਤਾਂ दैट इज बे ऑफ बंगाल इनिशिएटिव फॉर मल्टी सैक्टोरल टेक्निकल एंड इकनॉमिक कोऑपरेशन। ठीक है जी, ये ਇਹਦੀ फुल फॉर्म आ बे ऑफ बंगाल इनिशिएटिव फॉर मल्टी सैक्टोरल टेक्निकल एंड इकनॉमिक कोऑपरेशन, एक रीजनल एंड इंटर गवर्नमेंटल ऑर्गेनाइजेशन आ। ठीक है जी, इंटर गवर्नमेंटल प्लस प्लस ये रीजनल ऑर्गेनाइजेशन आ, वर्ल्ड लैवल की नहीं है, एक रीजन के नाल कंसर्नड है। तो ਹੁਣ ਆਪਾਂ ਗੱਲ ਕਰੀਏ ਇਹਨੂੰ ਇਸਟੈਬਲਿਸ਼ ਕਦੋਂ ਕੀਤਾ ਗਿਆ ਸੀ। ਵੈਨ ਇਟ ਵਾਜ਼ established in 1997 ਥਰੂ ਬੈਂਕਾਕ ਡੈਕਲੇਰੇਸ਼ਨ। ਵੈਰੀ ਇੰਪੋਰਟੈਂਟ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਬੈਂਕਾਕ ਡੈਕਲੇਰੇਸ਼ਨ ਕਿਹੜੀ ਗਰੁੱਪਿੰਗ ਜਾਂ ਕਿਹੜੀ ਬੋਡੀ ਦੇ ਨਾਲ ਐਸੋਸੀਏਟਡ ਹੈ, ਜਾਂ ਬੈਂਕਾਕ ਡੈਕਲੇਰੇਸ਼ਨ ਦੇ ਅੰਡਰ ਕਿਹੜੀ ਬੋਡੀ ਬਣੀ ਸੀ। ਉਹ ਬਣੀ ਸੀ ਜੀ ਬਿਮਸਟੈਕ। ਠੀਕ ਹੈ, ਕਦੋਂ ਬਣੀ ਸੀ? 1997 ਦੇ ਵਿੱਚ। ਇਨੀਸ਼ੀਅਲੀ ਇਟ ਵਾਜ਼ ਕਾਲਡ BISTEC, B for Bangladesh, I for India, S for Sri Lanka, T for Thailand। इकनॉमिक कोऑपरेशन मतलब पहला जो ओरिजिनली बनी आ, ਇਹਦੇ ਜਿਹੜੇ ਫਾਊਂਡਿੰਗ ਮੈਂਬਰਸ ਨੇ ਨਾ, ਉਹ ਇਹ 4 ਮੈਂਬਰ ਇਹਦੇ ਫਾਊਂਡਿੰਗ ਮੈਂਬਰ ਸੀ। ਯਾਦ ਰੱਖਿਓ, ਕਈ ਵਾਰੀ ਫਾਊਂਡਿੰਗ ਮੈਂਬਰਸ ਵੀ ਪੁੱਛ ਲੈਂਦੇ ਆ ਕਿ ਬਿਮਸਟੈਕ ਦੇ ਫਾਊਂਡਿੰਗ ਮੈਂਬਰਸ ਕਿਹੜੇ ਸੀ। ਬਿਮਸਟੈਕ ਦੇ ਫਾਊਂਡਿੰਗ ਮੈਂਬਰ 4 ਸੀ। ਬਿਸਟ, ਬੰਗਲਾਦੇਸ਼, ਇੰਡੀਆ, ਸ਼੍ਰੀਲੰਕਾ ਐਂਡ ਥਾਈਲੈਂਡ। ਇਹ ਜਦੋਂ 1997 ਚ ਬਣੀਆਂ। ਦੈਨ 1997 ਦੇ ਵਿੱਚ ਹੀ ਦਸੰਬਰ ਦੇ ਵਿੱਚ ਇਹਨੂੰ ਮਿਆਂਮਾਰ ਨੇ ਜੁਆਇਨ ਕਰ ਲਿਆ ਤੇ ਗਰੁੱਪਿੰਗ ਨੂੰ ਰੀਨੇਮ ਕਰਤਾ ਐਜ਼ ਅ ਬਿਮਸਟ EC, ਬੰਗਲਾਦੇਸ਼, ਇੰਡੀਆ, ਮਿਆਂਮਾਰ, ਸ਼੍ਰੀਲੰਕਾ ਐਂਡ ਥਾਈਲੈਂਡ ਇਕਨੋਮਿਕ ਕੋਆਪਰੇਸ਼ਨ। ਠੀਕ ਹੈ ਜੀ, ਇਹ 1997 ਜਦੋਂ ਮਿਆਂਮਾਰ ਜੁਆਇਨ ਹੋਇਆ ਫਿਰ ਇਹਨੂੰ ਆਪਾਂ ਰੀਨੇਮ ਕੀਤਾ। ਦੈਨ ਇਨ 2004 ਨੇਪਾਲ ਐਂਡ ਭੂਟਾਨ ਜੁਆਇਨਡ ਇਟ ਐਂਡ ਦ ਨੇਮ ਵਾਜ਼ ਚੇਂਜ ਟੂ ਜੋ ਅੱਜ ਦਾ ਨਾਮ ਹੈ ਬੇ ਆਫ ਬੰਗਾਲ ਇਨੀਸ਼ੀਏਟਿਵ ਫॉर ਮਲਟੀ ਸੈਕਟੋਰਲ ਟੈਕਨੀਕਲ ਐਂਡ ਇਕਨੋਮਿਕ ਕੋਆਪਰੇਸ਼ਨ। ਇਹਦਾ ਤੁਹਾਨੂੰ ਇਹਨਾਂ ਚੀਜ਼ਾਂ ਦੱਸਣ ਦਾ ਦੱਸ ਤਾਂ ਰਹੇ ਆ ਕਿ ਤੁਹਾਨੂੰ ਇਹਨਾਂ ਦੇ ਫਾਊਂਡਿੰਗ ਮੈਂਬਰਸ ਪਤਾ ਹੋਣੇ ਚਾਹੀਦੇ ਨੇ ਕਿ ਕਿਹੜੇ ਕਿਹੜੇ ਸੀ। 4 ਫਾਊਂਡਿੰਗ ਮੈਂਬਰ ਸੀ, ਇਹ ਪੇਪਰ 'ਚ ਪੁੱਛੇ ਜਾਂਦੇ ਨੇ। BIST ਬੰਗਲਾਦੇਸ਼, ਇੰਡੀਆ, ਸ਼੍ਰੀਲੰਕਾ, ਥਾਈਲੈਂਡ, ਫਿਰ ਮਿਆਂਮਾਰ ਜੁਆਇਨ ਕਰ ਗਿਆ। ਲੇਟਰ ਔਨ ਨੇਪਾਲ ਤੇ ਭੂਟਾਨ ਵੀ ਜੁਆਇਨ ਕਰ ਗਏ। ਠੀਕ ਹੈ ਜੀ, ਤੇ ਫਿਰ ਆਪਾਂ ਅੱਗੇ ਗੱਲ ਕਰੀਏ ਇਹਦਾ ਕੰਮ ਕੀ ਆ ਜਾਂ ਇਹਦੇ ਜਿਹੜੇ ਮੈਂਬਰਸ ਕਿਹੜੇ ਕਿਹੜੇ ਨੇ। ਜਿਵੇਂ ਤੁਹਾਨੂੰ ਦੱਸਿਆ ਬੰਗਲਾਦੇਸ਼, ਸ਼੍ਰੀਲੰਕਾ, ਇੰਡੀਆ, ਥਾਈਲੈਂਡ, ਇਹ ਓਰੀਜਨਲੀ ਮੈਂਬਰ ਸੀ 4। ਦੈਨ ਮਿਆਂਮਾਰ, ਦੈਨ ਨੇਪਾਲ ਐਂਡ ਭੂਟਾਨ। ਟੋਟਲ ਇਹਦੇ 7 ਮੈਂਬਰ ਨੇ, ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਦੈਨ ਆਪਾਂ ਗੱਲ ਕਰਦੇ ਹਾਂ ਵਾਟ ਆਰ ਇਟਸ ਫੋਕਸ ਏਰੀਆਜ਼। ਕੋਈ ਵੀ ਇੰਟਰਨੈਸ਼ਨਲ ਗਰੁੱਪਿੰਗ ਆ, ਕੋਈ ਇੰਸਟੀਚਿਊਟ ਆ, ਕੋਈ ਇੰਟਰਨੈਸ਼ਨਲ ਬੋਡੀ ਆ, ਉਹਦਾ ਕੋਈ ਨਾ ਕੋਈ ਫੋਕਸਡ ਏਰੀਆ ਹੁੰਦਾ ਜਿਹਦੇ ਵਿਦ ਰਿਸਪੈਕਟ ਉਹਨੇ ਕੰਮ ਕਰਨਾ ਹੁੰਦਾ। ਠੀਕ ਹੈ ਜੀ, ਇਹਦਾ ਫੋਕਸ ਏਰੀਆ ਕਿਹੜੇ ਕਿਹੜੇ ਨੇ? ਰੈਪਿਡ ਇਕਨੋਮਿਕ ਡਿਵੈਲਪਮੈਂਟ, ਮਤਲਬ ਜੇ ਹੁਣ ਆਪਾਂ ਦੇਖੀਏ ਗਰੁੱਪਿੰਗ ਸਾਰੀ ਇਹ ਸਾਡੇ ਏਸ਼ੀਆ ਦੇ ਰੀਜਨ ਦੇ, ਜਿਵੇਂ ਆਪਾਂ ਕਹਿ ਲਈਏ ਸਾਊਥ ਏਸ਼ੀਆ ਐਂਡ ਸਾਊਥ ਈਸਟ ਏਸ਼ੀਆ, ਇਹਨਾਂ ਦੋ ਜੋ ਆਪਣਾ ਏਸ਼ੀਆ ਦਾ ਸਦਰਨ ਏਸ਼ੀਆ ਤੇ ਸਾਊਥ ਈਸਟ ਏਸ਼ੀਆ ਹੈਗਾ, ਇਹਨਾਂ ਇਸ ਪਰਟੀਕੂਲਰ ਰੀਜਨ ਦੀ ਗਰੁੱਪਿੰਗ ਹੈ ਇਹ। ਤਾਂ ਇਹਨਾਂ ਦਾ ਜਿਹੜਾ ਵੀ ਕੰਮ ਆ ਉਹ ਇਸ ਰੀਜਨ ਦੇ ਵਿਦ ਰਿਸਪੈਕਟ ਹੀ ਇਹਨਾਂ ਨੇ ਕੰਮ ਕਰਨਾ। ਜੇ ਆਪਾਂ ਗੱਲ ਕਰ ਰਹੇ ਹਾਂ ਰੈਪਿਡ ਇਕਨੋਮਿਕ ਡਿਵੈਲਪਮੈਂਟ, ਤਾਂ ਇਸ ਰੀਜਨ ਦੀ ਰੈਪਿਡ ਇਕਨੋਮਿਕ ਡਿਵੈਲਪਮੈਂਟ ਦਾ ਇਹਨਾਂ ਦਾ ਜਿਹੜਾ ਫੋਕਸ ਆ ਉਹ ਹੈਗਾ, ਇੱਕ ਏਰੀਆ ਆਫ ਫੋਕਸ ਹੈ ਰੈਪਿਡ ਇਕਨੋਮਿਕ ਡਿਵੈਲਪਮੈਂਟ ਆਫ ਦਿਸ ਰੀਜਨ। ਦੈਨ ਐਕਸਲਰੇਟ ਕਰਨਾ ਸੋਸ਼ਲ ਐਂਡ ਕਲਚਰਲ ਡਿਵੈਲਪਮੈਂਟ। ਦੈਨ ਪ੍ਰਮੋਟ ਕੋਲੈਬੋਰੇਸ਼ਨ ਔਨ ਮੈਟਰਸ ਆਫ ਕਾਮਨ ਇੰਟਰਸਟ। ਜੇ ਆਪਾਂ ਕਾਮਨ ਇੰਟਰਸਟ ਦੀ ਗੱਲ ਕਰ ਲਈਏ, ਕਲਾਈਮੇਟ ਚੇਂਜ ਹੈ, ਪੋਵਰਟੀ ਹੈ, ਕਿਉਂਕਿ ਪੂਰੇ ਰੀਜਨ ਦੇ ਵਿੱਚ ਪੋਵਰਟੀ ਬਹੁਤ ਹੈ, ਹੈਲਥ ਇਸ਼ੂਜ਼ ਨੇ, ਹੰਗਰ ਹੈ, ਮਾਲ ਨਿਊਟ੍ਰੀਸ਼ਨ ਹੈ, ਦੈਨ ਟੈਰਰਿਜ਼ਮ ਹੈ, ਇਹ ਸਭ ਚੀਜ਼ਾਂ ਨੇ। ਜਾਂ ਆਪਾਂ ਕਹਿ ਲਈਏ ਕੁਛ ਨੈਚੁਰਲ ਡਿਜ਼ਾਸਟਰਸ ਨੇ ਜਿੱਦਾਂ ਅਰਥਕੁਏਕਸ ਨੇ ਜਾਂ ਸੁਨਾਮੀਜ਼ ਨੇ, ਸਾਈਕਲੋਨਸ ਨੇ, ਇਹ ਸਾਰੇ ਇਹਨਾਂ ਦੇ ਕਾਮਨ ਏਰੀਆ ਆਫ ਕਾਮਨ ਇੰਟਰਸਟ ਨੇ ਜਿੱਥੇ ਯੂਨਾਈਟਿਡਲੀ ਕਲੈਕਟਿਵਲੀ ਕਹਿ ਲਓ ਵੀ ਫਾਈਟ ਕਰ ਸਕਦੇ ਨੇ ਇਹਨਾਂ ਚੀਜ਼ਾਂ ਦੇ ਅਗੇਂਸਟ, ਜਾਂ ਇਹਨਾਂ ਨੂੰ ਇੰਪਰੂਵ ਕਰਨ ਦੇ ਲਈ ਇਕੱਠੇ ਹੋ ਕੇ ਕੰਮ ਕਰ ਸਕਦੇ ਨੇ। ਠੀਕ ਹੈ ਜੀ, ਪ੍ਰਮੋਟ ਕੋਲੈਬੋਰੇਸ਼ਨ ਔਨ ਮੈਟਰਸ ਆਫ ਕਾਮਨ ਇੰਟਰਸਟ। ਦੈਨ ਟੈਕਨੋਲੋਜੀ, ਐਗਰੀਕਲਚਰ, ਟੂਰਿਜ਼ਮ, ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕਰਨਾ, ਇਹ ਵੀ ਇਹਨਾਂ ਦਾ ਫੋਕਸ ਏਰੀਆ। ਆਪਾਂ ਗੱਲ ਕਰੀਏ ਇੰਪੋਰਟੈਂਸ, ਬਿਮਸਟੈਕ ਦੀ ਇੰਪੋਰਟੈਂਸ ਕੀ ਹੈ, ਬਾਏ ਬਿਮਸਟੈਕ ਇਜ਼ ਇੰਪੋਰਟੈਂਟ। ਪਹਿਲੀ ਤਾਂ ਗੱਲ ਕਰ ਲਈਏ ਵੀ ਐਕਟਸ ਐਜ਼ ਅ ਬ੍ਰਿਜ ਬਿਟਵੀਨ ਸਾਊਥ ਐਂਡ ਸਾਊਥ ਈਸਟ ਏਸ਼ੀਆ। ਜਿਵੇਂ ਮੈਂ ਤੁਹਾਨੂੰ ਗੱਲ ਕਰੀ ਆ, ਦੱਸਿਆ ਤੁਹਾਨੂੰ ਵੀ ਇੰਡੀਆ, ਨੇਪਾਲ, ਬੰਗਲਾਦੇਸ਼, ਸ਼੍ਰੀਲੰਕਾ ਇਹ ਸਾਊਥ ਏਸ਼ੀਆ ਦਾ ਪਾਰਟ ਨੇ, ਥਾਈਲੈਂਡ ਹੈ, ਮਿਆਂਮਾਰ ਹੈ, ਇਹ ਆਪਣੇ ਕੋਲੇ ਸਾਊਥ ਈਸਟ ਏਸ਼ੀਆ ਦਾ ਪਾਰਟ ਆ ਜਾਂਦੇ ਨੇ। ਇਹਨਾਂ ਦੋਨਾਂ ਦੇ ਵਿੱਚ ਇੱਕ ਬ੍ਰਿਜ ਦੇ ਫਾਰਮ 'ਚ ਕੰਮ ਕਰਦਾ, ਇਹਨਾਂ ਦੋਨਾਂ ਨੂੰ ਜੋੜਦਾ ਹੈ। ਠੀਕ ਹੈ ਜੀ, ਦੈਨ ਇਟ ਕਨਸਟੀਟਿਊਟਸ ਅਰਾਊਂਡ 22% ਆਫ ਗਲੋਬਲ ਪੋਪੂਲੇਸ਼ਨ ਤੇ 3.8 ਟ੍ਰਿਲੀਅਨ ਡਾਲਰਸ ਆਫ ਦਾ GDP, ਮਤਲਬ ਇਕਨੋਮਿਕਲੀ ਵੀ ਕਾਫੀ ਇੰਪੋਰਟੈਂਟ ਇਹ ਰੀਜਨ ਹੈ। ਫਿਰ ਆਪਾਂ ਗੱਲ ਕਰ ਲੈਂ ਸਮ ਆਫ ਇਟਸ ਰੀਸੈਂਟ ਆਊਟਕਮਸ, ਜੋ ਇਹ ਯੂਨਾਈਟਿਡਲੀ ਕੋਲੈਬੋਰੇਟਿਵ ਫਾਰਮ ਦੇ ਵਿੱਚ ਕੰਮ ਕਰਦੇ ਨੇ। ਐਨੂਅਲੀ ਇਹਨਾਂ ਦੀਆਂ ਮੀਟਿੰਗਸ ਹੁੰਦੀਆਂ ਨੇ, ਉਹਦੇ 'ਚ ਕੁਛ ਨਾ ਕੁਛ ਨਵੇਂ ਪ੍ਰਪੋਜ਼ਲਸ ਲੈ ਕੇ ਆਉਂਦੇ ਨੇ।
ਜਿਨ੍ਹਾਂ ਦੇ ਉੱਪਰ ਕੰਮ ਕਰਿਆ ਜਾਂਦਾ ਪੂਰੇ ਏਰੀਆ ਦੀ ਪੂਰੇ ਰੀਜਨ ਦੀ ਡਿਵੈਲਪਮੈਂਟ ਵਾਸਤੇ, ਠੀਕ ਹੈ। ਤੇ ਉਹਦੇ ਅੰਡਰ ਇਹਨਾਂ ਦੇ ਕੁਝ ਰੀਸੈਂਟ ਆਊਟਕਮਸ ਕੀ ਨੇਗੇ ਉਹਨਾਂ ਦੀ ਗੱਲ ਕਰੀਏ। ਪਹਿਲਾ ਹੈ ਕਲਾਦਾਨ ਮਲਟੀ ਮੋਡਲ ਪ੍ਰੋਜੈਕਟ, ਵੈਰੀ ਇੰਪੋਰਟੈਂਟ। ਇਹ ਪੁੱਛਿਆ ਜਾ ਸਕਦਾ, ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇਹ ਕਿਹੜੀਆਂ ਕੰਟਰੀਜ਼ ਦੇ ਵਿੱਚ ਹੈ। ਕਲਾਦਾਨ ਮਲਟੀ ਮੋਡਲ ਪ੍ਰੋਜੈਕਟ, ਇਟ ਇਜ਼ ਬਿਟਵੀਨ ਇੰਡੀਆ ਐਂਡ ਮਿਆਂਮਾਰ, ਠੀਕ ਹੈ ਜੀ। ਦੈਨ ਆਪਾਂ ਗੱਲ ਕਰਦੇ ਹਾਂ BBIN, ਬੰਗਲਾਦੇਸ਼, ਭੂਟਾਨ, ਇੰਡੀਆ ਐਂਡ ਨੇਪਾਲ। ਇਹ ਚਾਰੋਂ ਪਾਰਟ ਨੇ ਬਿਮਸਟੈਕ ਦੇ। ਤੇ BVIN ਮੋਟਰ ਵਹੀਕਲ ਐਗਰੀਮੈਂਟ ਆ ਇਹਨਾਂ ਚਾਰਾਂ ਨੇਸ਼ਨਸ ਦੇ ਵਿੱਚ। ਇੱਕ ਕਹਿ ਲਓ ਵੀ ਇੱਕ ਕਾਮਨ ਆਪਾਂ ਰੋਡ ਕਨੈਕਟੀਵਿਟੀ ਬਣਾਉਣ ਵਾਸਤੇ ਇੱਕ ਐਗਰੀਮੈਂਟ ਆ, ਬਟ ਹਾਲੇ ਤੱਕ ਇੰਪਲੀਮੈਂਟ ਨਹੀਂ ਹੋਇਆ। ਭੂਟਾਨ ਇਹਦੀ ਥੋੜਾ ਜਿਹਾ ਇਹਦੇ ਅਗੇਂਸਟ ਪ੍ਰੋਟੈਸਟ ਕਰ ਰਿਹਾ ਬਿਕੋਜ਼ ਆਫ ਪੋਲਿਊਸ਼ਨ ਦੀ ਇਸ਼ੂ ਕਰਕੇ ਕਹਿ ਲਓ ਵੀ, ਜਾਂ ਕੁਝ ਉਹਨਾਂ ਦੇ ਕਲਾਈਮੇਟ ਰਿਲੇਟਡ ਇਸ਼ੂਜ਼ ਨੇ, ਉਹਨਾਂ ਚੀਜ਼ਾਂ ਨੂੰ ਦੇਖਦੇ ਹੋ ਇਹ BVIN ਦਾ ਪਾਰਟ ਨਹੀਂ ਬਣਨਾ ਚਾਹੁੰਦਾ। ਸੋ ਹਾਲੇ ਤੱਕ ਇੰਪਲੀਮੈਂਟ ਨਹੀਂ ਹੋਇਆ। ਬਟ ਇਹ ਦੋ ਇਹਦੇ ਰੀਸੈਂਟ ਆਊਟਕਮਸ ਨੇ ਜਿਹੜੀਆਂ ਨਿਊਜ਼ ਦੇ ਵਿੱਚ ਤੁਸੀਂ ਦੇਖ ਸਕਦੇ ਹੋ, ਤੁਹਾਨੂੰ ਮਿਲ ਜਾਣਗੀਆਂ ਇਹ। ਤੇ ਫਿਰ ਆਪਾਂ ਗੱਲ ਕਰ ਲਈਏ ਇਹਦੇ ਮੈਂਬਰ ਨੇਸ਼ਨਸ ਦੀ। ਬਿਮਸਟੈਕ ਦੇ ਕਿਹੜਾ ਜੋ ਕੁਐਸਚਨ ਤੁਹਾਨੂੰ ਪੁੱਛਿਆ ਸੀ, ਕਈ ਬੱਚਿਆਂ ਨੇ ਆਨਸਰ ਕੀਤਾ ਜੀ ਉਹਦਾ। ਸਾਕ ਮਾਈਨਸ ਪਾਕਿਸਤਾਨ ਬੀ ਕਹਿ ਰਹੇ ਨੇ ਸਾਰੇ। 1 3 4 ਐਂਡ 5, 1 3 4 ਐਂਡ 5। ਤੇ ਡੀ ਆਨਸਰ ਕਿਉਂ ਨਹੀਂ ਹੈ ਜੀ ਇਹਦਾ? ਆਪਾਂ ਨੂੰ ਪਤਾ ਮਿਆਂਮਾਰ ਪਾਰਟ ਹੈ, ਮਿਆਂਮਾਰ ਇਜ਼ ਪਾਰਟ ਆਫ ਬਿਮਸਟੈਕ, ਬਟ ਮਿਆਂਮਾਰ ਇਜ਼ ਨੋਟ ਅ ਪਾਰਟ ਆਫ ਸਾਰਕ, ਠੀਕ ਹੈ ਜੀ। ਮਿਆਂਮਾਰ ਸਾਰਕ ਦਾ ਪਾਰਟ ਨਹੀਂ ਹੈ, ਠੀਕ ਹੈ, ਠੀਕ ਹੈ ਜੀ। ਆਨਸਰ ਬੀ ਹੈ ਇਹਦਾ। ਦੈਨ ਆਪਣਾ ਨੈਕਸਟ ਜੋ ਇੰਪੋਰਟੈਂਟ ਟੌਪਿਕ ਹੈ ਦੈਟ ਇਜ਼ ਇੰਟਰਨੈਸ਼ਨਲ ਮੋਨੇਟਰੀ ਫੰਡ, IMF। ਇਹ ਵੀ ਕਾਫੀ ਨਿਊਜ਼ ਦੇ ਵਿੱਚ ਰਹਿੰਦਾ ਕਿਉਂਕਿ ਇਹਦੀਆਂ ਕੁਛ ਨਾ ਕੁਛ ਪਬਲੀਕੇਸ਼ਨਸ ਨੇ, ਰਿਪੋਰਟਸ ਨੇ ਜੋ ਨਿਊਜ਼ ਦੇ ਵਿੱਚ ਹੁੰਦੀਆਂ ਨੇ, ਜਿਹਦੇ ਕਰਕੇ IMF ਸਾਡੇ ਲਈ ਇੰਪੋਰਟੈਂਟ ਹੋ ਜਾਂਦਾ। ਪਹਿਲਾ ਕੁਐਸਚਨ ਤੁਹਾਡੇ ਲਈ ਕੀ ਹੈ, ਵਿਚ ਆਫ ਦਾ ਫੋਲੋਇੰਗ ਆਰ ਕਾਲਡ ਬ੍ਰੈਟਨ ਵੁਡਸ ਸਿਸਟਰਸ। ਕਿਹੜੀਆਂ ਦੋ ਬਾਡੀਜ਼ ਨੂੰ ਅਸੀਂ ਬ੍ਰੈਟਨ ਵੁਡਸ ਸਿਸਟਰਸ ਕਹਿੰਦੇ ਆ? ADB, ਏਸ਼ੀਅਨ ਡਿਵੈਲਪਮੈਂਟ ਬੈਂਕ, ਐਂਡ AIIB, ਏਸ਼ੀਅਨ ਇੰਫਰਾਸਟਰਕਚਰ ਐਂਡ ਇਨਵੈਸਟਮੈਂਟ ਬੈਂਕ। Second is IMF and New Development Bank. Third is IMF and World Bank. Fourth is World Bank and Asian Development Bank. ਤੁਸੀਂ ਦੱਸਣਾ ਇਹਨਾਂ ਚਾਰਾਂ ਚੋਂ ਕਿੰਨਾ ਨੂੰ ਅਸੀਂ ਬ੍ਰੈਟਨ ਵੁਡ ਸਿਸਟਰਸ ਕਹਿੰਦੇ ਆ, ਠੀਕ ਹੈ ਜੀ। ਤੇ ਸੈਕੰਡ ਕੁਐਸਚਨ ਇਹਦੇ ਲਈ ਤੁਹਾਡਾ ਹੈ ਜੋ UPSC 2021 ਚ ਪੁੱਛਿਆ ਗਿਆ ਸੀ। There was rapid financing instrument and rapid credit facility are related to the provisions of lending of which of the following? ਇਹਨਾਂ ਨੀਚੇ ਵਾਲੀਆਂ ਬਾਡੀਜ਼ ਦੇ ਵਿੱਚੋਂ ਕਿੰਨਾ ਦੇ ਨਾਲ ਰੈਪਿਡ ਫਾਈਨੈਂਸਿੰਗ ਇੰਸਟਰੂਮੈਂਟ ਤੇ ਰੈਪਿਡ ਕ੍ਰੈਡਿਟ ਫੈਸਿਲਿਟੀ ਐਸੋਸੀਏਟਡ ਨੇ, ਇਹ ਦੱਸਣਾ ਤੁਸੀਂ। ਇਹ 2021 UPSC ਦੇ ਪੇਪਰ 'ਚ ਪੁੱਛਿਆ ਗਿਆ ਸੀ। ਠੀਕ ਹੈ ਜੀ। ਫਿਫਥ ਕੁਐਸਚਨ ਦਾ ਆਨਸਰ ਦਿਓ, ਰੈਪਿਡ ਫਾਈਨੈਂਸਿੰਗ ਇੰਸਟਰੂਮੈਂਟ ਤੇ ਰੈਪਿਡ ਕ੍ਰੈਡਿਟ ਫੈਸਿਲਿਟੀ ਕਿਹਦੇ ਨਾਲ ਐਸੋਸੀਏਟਡ ਆ, ਕਿਹੜੀ ਬਾਡੀ ਨਾਲ ਐਸੋਸੀਏਟਡ ਆ। ਫਿਰ ਆਪਾਂ IMF ਦੇ ਕੁਝ ਫੈਕਟਸ ਦੀ ਗੱਲ ਕਰੀਏ। ਕਦੋਂ ਬਣੀ ਆ ਜੀ? 1944 ਚ ਬਣੀ ਆ। ਕਰੰਟ ਇਹਦੇ ਮੈਂਬਰ 190 ਮੈਂਬਰ ਨੇ, ਜੋ ਸਟਾਫ ਮੈਂਬਰ ਚਲੋ ਉਹਨਾਂ ਨੂੰ ਛੱਡੋ, ਕੋਈ ਚੱਕਰ ਨਹੀਂ ਹੈ। 24 ਇਹਦੇ ਐਗਜ਼ੀਕਿਊਟਿਵ ਡਾਇਰੈਕਟਰਸ ਹੁੰਦੇ ਨੇ ਟੋਟਲ, ਠੀਕ ਹੈ ਜੀ। ਇਹਦੇ ਕੁਝ ਇੰਪੋਰਟੈਂਟ ਫੈਕਟਸ ਨੇ। ਦੈਨ ਆਪਾਂ ਗੱਲ ਕਰੀਏ ਵਾਟ ਇਜ਼ IMF। IMF ਹੈ ਕੀ? IMF ਇੱਕ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਆ ਜਿਹੜੀ 190 ਕੰਟਰੀਜ਼ ਨੂੰ ਇਕੱਠੇ ਹੋ ਕੇ ਬਣੀ ਹੈ। 190 ਕੰਟਰੀਜ਼ ਜਿਹਦੇ ਮੈਂਬਰ ਨੇ, ਵਰਕਿੰਗ ਟੂ ਅਚੀਵ ਸਸਟੇਨੇਬਲ ਗਰੋਥ ਐਂਡ ਪ੍ਰੋਸਪੈਰਿਟੀ ਆਫ ਆਲ ਇਟਸ 190 ਮੈਂਬਰਸ। ਇਹਨਾਂ ਦੀ ਸਸਟੇਨੇਬਲ ਗਰੋਥ ਤੇ ਇਹਨਾਂ ਦੀ ਪ੍ਰੋਸਪੈਰਿਟੀ ਦੇ ਲਈ ਕੰਮ ਕਰਦੀ ਹੈ IMF, ਆਪਣੇ ਮੈਂਬਰ ਨੇਸ਼ਨਸ ਦੀ। ਆ ਇਹਨਾਂ ਦਾ ਲੋਗੋ ਹੈ। ਜੋ ਆਪਾਂ ਗੱਲ ਕੀਤੀ ਹੈ ਨਾ ਵੀ ਸਸਟੇਨੇਬਲ ਗਰੋਥ ਐਂਡ ਪ੍ਰੋਸਪੈਰਿਟੀ ਦੇ ਲਈ ਕੰਮ ਕਰਦੀ ਹੈ IMF। ਕਿਵੇਂ ਕੰਮ ਕਰਦੀ ਆ ਆਪਾਂ ਉਹਦੇ ਬਾਰੇ ਗੱਲ ਕਰਾਂਗੇ ਹੁਣ। ਇਟ ਡਜ਼ ਸੋ ਬਾਈ ਸਪੋਰਟਿੰਗ ਇਕਨੋਮਿਕ ਪਾਲਿਸੀਜ਼ that promote financial stability। मतलब अपने मैंबर नेशंस ਨੂੰ फाइनेंशियली स्ट्रॉन्ग करना, फाइनेंशियली स्टेबल रखना, मॉनेटरी कोऑपरेशन which are essential to increase productivity, job creation and economic well-being। मतलब ਇਕਨੋਮੀ ਨੂੰ ਵਧੀਆ ਤਰੀਕੇ ਨਾਲ ਰਨ ਕਰਨ ਦੇ ਵਿੱਚ ਇਹ IMF ਹੈਲਪ ਕਰਦਾ ਆਪਣੇ ਮੈਂਬਰ ਨੇਸ਼ਨਸ ਦੀ, ਠੀਕ ਹੈ। ਫਿਰ ਆਪਾਂ ਗੱਲ ਕਰੀਏ ਫੋਕਸ ਏਰੀਆਜ਼ ਦੀ। ਕਿਹੜੇ ਕਿਹੜੇ ਫੋਕਸ ਏਰੀਆਜ਼ ਨੇ ਇਹਦੇ? ਫੋਸਟਰਿੰਗ ਮੋਨੇਟਰੀ ਕੋਆਪਰੇਸ਼ਨ, ਦੈਨ ਫਾਈਨੈਂਸ਼ੀਅਲ ਸਟੇਬਿਲਿਟੀ ਜੋ ਆਪਾਂ ਪਹਿਲਾਂ ਗੱਲ ਕੀਤੀ ਆ, ਮੈਕਰੋ ਇਕਨੋਮਿਕ ਗਰੋਥ, ਕਿਉਂਕਿ ਇੱਕ ਮਾਈਕਰੋ ਇਕਨੋਮੀ ਹੁੰਦੀ ਹੈ, ਇੱਕ ਮੈਕਰੋ ਇਕਨੋਮੀ ਹੁੰਦੀ ਆ। ਜਿਹੜੀ ਮੈਕਰੋ ਇਕਨੋਮੀ ਆ, ਮੈਕਰੋ ਇਕਨੋਮਿਕ ਗਰੋਥ ਨੂੰ ਪ੍ਰਮੋਟ ਕਰਨ ਦੇ ਵਿੱਚ IMF ਆਪਣੇ ਮੈਂਬਰ ਨੇਸ਼ਨ ਨੂੰ ਸਪੋਰਟ ਕਰਦਾ। ਦੈਨ ਪੋਲਿਸੀ ਐਡਵਾਈਸ ਐਂਡ ਫਾਈਨੈਂਸ਼ੀਅਲ ਸਪੋਰਟ, ਉਹਨਾਂ ਨੂੰ ਪੋਲਿਸੀ ਐਡਵਾਈਸ ਵੀ ਦਿੰਦਾ ਤੇ ਫਾਈਨੈਂਸ਼ੀਅਲ ਸਪੋਰਟ ਦਿੰਦਾ, ਕਿਹਨਾਂ ਨੂੰ? ਡਿਵੈਲਪਿੰਗ ਕੰਟਰੀਜ਼ ਨੂੰ। ਫੋਸਟਰਿੰਗ ਐਕਸਚੇਂਜ ਰੇਟ ਸਿਸਟਮਸ,
ਐਕਸਚੇਂਜ ਰੇਟ ਸਿਸਟਮ ਕੀ ਹੁੰਦੇ ਨੇ, ਜਦੋਂ ਆਪਾਂ ਕਹਿੰਦੇ ਆ ਵੀ ਇੰਡੀਅਨ ਰੁਪੀ ਨੂੰ ਅਸੀਂ ਕਿਸੇ ਦੂਸਰੀ ਕਰੰਸੀ ਦੇ ਨਾਲ ਕਨਵਰਟ ਕਰਨਾ, ਉਹਦੇ ਲਈ ਜਿਹੜਾ ਰੇਟ ਹੋਊਗਾ ਦੈਟ ਇਜ਼ ਕਾਲਡ ਐਕਸਚੇਂਜ ਰੇਟ। ਇਹ ਦੋ ਤਰ੍ਹਾਂ ਦੇ ਹੋ ਸਕਦੇ ਨੇ, ਮਾਰਕੀਟ ਡਿਟਰਮਾਈਨਡ ਹੋ ਸਕਦੇ ਨੇ, ਤੇ ਕਹਿ ਲਓ ਵੀ ਸਾਡੀਆਂ ਸੈਂਟਰਲ ਬੈਂਕ ਡਿਟਰਮਾਈਨਡ ਹੋ ਸਕਦੇ ਨੇ। ਜੇ ਤਾਂ ਮਾਰਕੀਟ ਡਿਟਰਮਾਈਨਡ ਨੇ ਦੈਟ ਮੀਨਸ ਉਹ ਫ੍ਰੀ ਨੇ, ਜਿਵੇਂ ਜਿਵੇਂ ਡਿਮਾਂਡ ਤੇ ਸਪਲਾਈ ਆ ਦੋਨੋਂ ਕਰੰਸੀਜ਼ ਦੀ, ਉਹਨਾਂ ਦੇ ਅਕੋਰਡਿੰਗ ਉਹਨਾਂ ਦਾ ਐਕਸਚੇਂਜ ਰੇਟ ਹੈ ਉਹ ਵੱਧਦਾ ਘਟਦਾ ਰਹਿੰਦਾ। ਦੂਜੇ ਹੁੰਦੇ ਨੇ ਰੈਗੂਲੇਟਡ, ਜਿਨ੍ਹਾਂ ਨੂੰ ਸੈਂਟਰਲ ਬੈਂਕਸ ਜਿਨ੍ਹਾਂ ਦੇ ਐਕਸਚੇਂਜ ਰੇਟ ਨੂੰ ਡਿਸਾਈਡ ਕਰਦੇ ਆ ਵੀ ਉਹਨਾਂ ਨੇ ਫਿਕਸ ਕਰਤਾ ਵੀ $1 ਨੂੰ ਆਪਾਂ ਜਾਂ ਕਹਿ ਲਓ ਵੀ $1 ਨੂੰ ਜੇ ਰੁਪਈਆਂ 'ਚ ਕਨਵਰਟ ਕਰਨਾ ਤਾਂ ਉਹਦਾ ਐਕਸਚੇਂਜ ਰੇਟ ਕੁਝ ਵੀ ਫਿਕਸ ਕਰ ਸਕਦੇ ਨੇ, ਉਹਨੂੰ ਆਪਾਂ ਕਹਿੰਦੇ ਆ ਫਿਕਸਡ ਐਕਸਚੇਂਜ ਰੇਟ ਜਾਂ ਰੈਗੂਲੇਟਡ ਐਕਸਚੇਂਜ ਰੇਟ ਕਹਿ ਸਕਦੇ ਆ। ਤੇ ਜਿਹੜਾ ਮਾਰਕੀਟ ਡਿਟਰਮਾਈਨ ਹੁੰਦਾ ਉਹਨੂੰ ਆਪਾਂ ਕਹਿ ਦਿੰਦੇ ਆ ਫ੍ਰੀ ਐਕਸਚੇਂਜ ਰੇਟ। ਮਤਲਬ ਜਿਹੜਾ ਮਾਰਕੀਟ ਡਿਟਰਮਾਈਨਡ ਆ, ਜਿਵੇਂ ਦੋਨੋਂ ਕਰੰਸੀਜ਼ ਦੀ ਡਿਮਾਂਡ ਤੇ ਸਪਲਾਈ ਆ ਉਹਦੇ ਅਕੋਰਡਿੰਗ ਉਹਨਾਂ ਦਾ ਐਕਸਚੇਂਜ ਰੇਟ ਆਪਣੇ ਆਪ ਵੱਧਦਾ ਘਟਦਾ ਰਹਿੰਦਾ। ਤੇ IMF ਐਸਟੈਬਲਿਸ਼ ਕਦੋਂ ਕੀਤੀ ਗਈ ਸੀ ਜੀ? ਇਟ ਵਾਜ਼ ਐਸਟੈਬਲਿਸ਼ਡ, ਜੇ ਆਪਾਂ ਗੱਲ ਕੀਤੀ ਸੀ ਪਹਿਲਾਂ ਵਰਲਡ ਬੈਂਕ ਬਾਰੇ ਪੜ੍ਹਿਆ ਸੀ, ਉਹਦੇ 'ਚ ਵੀ ਆਪਾਂ ਦੇਖਿਆ ਸੀ IMF ਐਂਡ IBRD are two sister organizations that were established under Bretton Woods Conference of 1944। ਤੇ ਦੋਨਾਂ ਦਾ ਜਿਹੜਾ ਹੈੱਡਕੁਆਟਰ ਆ ਉਹ ਵੀ ਵਾਸ਼ਿੰਗਟਨ DC ਦੇ ਵਿੱਚ ਹੈ, ਇੱਕ ਸੇਮ ਬਿਲਡਿੰਗ ਦੇ ਵਿੱਚ, ਠੀਕ ਹੈ ਜੀ। ਹੈੱਡਕੁਆਟਰ IMF ਦਾ ਪਲੱਸ ਵਰਲਡ ਬੈਂਕ ਦਾ, ਦੇ ਬੋਥ ਹੈਵ ਹੈੱਡਕੁਆਟਰਸ ਇਨ ਵਾਸ਼ਿੰਗਟਨ DC। ਦੈਨ ਆਪਾਂ ਗੱਲ ਕਰੀਏ ਫੰਕਸ਼ਨਸ ਦੀ IMF ਦੇ। IMF ਦੇ ਕੰਮ ਕੀ ਨੇ? ਫਸਟ ਇਜ਼ ਸਰਵੇਲੈਂਸ ਆਫ ਇੰਟਰਨੈਸ਼ਨਲ ਮੋਨਿਟਰੀ ਸਿਸਟਮ। ਜਿਵੇਂ ਆਪਾਂ ਕੱਲ ਮੋਨਿਟਰੀ ਪਾਲਿਸੀ ਦੀ ਗੱਲ ਕੀਤੀ ਸੀ ਇੰਡੀਆ ਦੀ, ਸਾਰਾ ਕੁਝ ਉਹਦੇ ਬਾਰੇ ਤੁਹਾਨੂੰ ਸਮਝਾਇਆ ਸੀ। ਉਸੇ ਤਰ੍ਹਾਂ ਜੋ ਪੂਰੇ ਵਰਲਡ ਦੀ ਜੋ ਇਹਨਾਂ ਦੇ ਮੈਂਬਰ ਨੇਸ਼ਨਸ ਨੇ ਉਹਨਾਂ ਦੀਆਂ ਜਿਹੜੀਆਂ ਰਿਸਪੈਕਟਿਵ ਕੰਟਰੀਜ਼ ਦੀ ਜੋ ਵੀ ਮੋਨਿਟਰੀ ਪਾਲਿਸੀਜ਼ ਨੇ ਉਹਨਾਂ ਨੂੰ ਸਰਵੇ ਕਰਦਾ IMF, ਠੀਕ ਹੈ, ਉਹਨਾਂ ਨੂੰ ਦੇਖਦਾ। ਦੈਨ ਕੈਪੈਸਿਟੀ ਬਿਲਡਿੰਗ। ਕੈਪੈਸਿਟੀ ਬਿਲਡਿੰਗ ਮਤਲਬ ਕਿ ਜੋ ਵੀ ਇਹਨਾਂ ਦੇ ਮੈਂਬਰ ਕੰਟਰੀਜ਼ ਨੇ ਉਹਨਾਂ ਦੇ ਜੋ ਕੁਝ, ਚਾਹੇ ਉਹਨਾਂ ਦੀਆਂ ਸੈਂਟਰਲ ਬੈਂਕਸ ਨੇ ਜਾਂ ਉਹਨਾਂ ਦੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਨੇ ਜਾਂ ਕਹਿ ਲਓ ਵੀ ਉੱਥੋਂ ਦੇ ਫਾਈਨੈਂਸ ਮਿਨਿਸਟਰਸ ਨੇ, ਉਹਨਾਂ ਨੂੰ ਟ੍ਰੇਨ ਕਰਕੇ ਕੈਪੈਸਿਟੀ ਬਿਲਡਿੰਗ ਦੇ ਵਿੱਚ ਹੈਲਪ ਕਰਦਾ ਤਾਂ ਕਿ ਇਕਨੋਮੀ ਨੂੰ ਵਧੀਆ ਤਰੀਕੇ ਨਾਲ ਰਨ ਕੀਤਾ ਜਾ ਸਕੇ। ਜਾਂ ਉੱਥੋਂ ਦੀਆਂ ਟੈਕਸ ਅਥਾਰਟੀਜ਼ ਨੇ ਜਾਂ ਹੋਰ ਵੀ ਕੋਈ ਇੱਦਾਂ ਦੀਆਂ ਬੋਡੀਜ਼ ਨੇ ਜਿਹੜੀਆਂ ਇਕਨੋਮੀ ਦੇ ਨਾਲ, ਜਿਨ੍ਹਾਂ ਦਾ ਇਕਨੋਮੀ ਦੇ ਵਿੱਚ ਪਾਰਟਿਸਿਪੇਸ਼ਨ ਰਹਿੰਦਾ, ਉਹਨਾਂ ਨੂੰ ਟ੍ਰੇਨਿੰਗ ਪ੍ਰੋਵਾਈਡ ਕਰਕੇ ਉਹਨਾਂ ਦੀ ਕੈਪੈਸਿਟੀ ਨੂੰ ਇੰਪਰੂਵ ਕਰਦਾ, ਕੈਪੈਸਿਟੀ ਬਿਲਡਿੰਗ ਕਰਦਾ ਤਾਂ ਕਿ ਓਵਰਆਲ ਇਕਨੋਮੀ ਦੇ ਲਈ ਫਾਇਦੇਮੰਦ ਹੋ ਸਕੇ, ਠੀਕ ਹੈ ਜੀ, ਫਾਇਦਾ ਹੋ ਸਕੇ ਉਸ ਚੀਜ਼ ਦਾ। ਦੈਨ ਫਾਈਨੈਂਸ਼ੀਅਲ ਅਸਿਸਟੈਂਸ। ਜਿਵੇਂ ਆਪਾਂ ਪੜ੍ਹਿਆ ਸੀ ਵਰਲਡ ਬੈਂਕ ਆਪਾਂ ਕਿਉਂ ਬਣਾਈ ਸੀ? ਵਰਲਡ ਬੈਂਕ ਬਣਾਈ ਸੀ ਜੋ ਵਰਲਡ ਵਾਰ 2 ਦੇ ਅੰਡਰ ਕੰਟਰੀਜ਼ ਦਾ ਜੋ ਨੁਕਸਾਨ ਹੋਇਆ ਸੀ ਉਸ ਚੀਜ਼ ਨੂੰ ਕੰਪਨਸੇਟ ਕਰਨ ਦੇ ਲਈ, ਉਹਨਾਂ ਨੂੰ ਦੁਬਾਰਾ ਰੀਕਨਸਟਰਕਟ ਕਰਨ ਦੇ ਲਈ, ਠੀਕ ਹੈ। ਜਾਂ ਕਹਿ ਲਓ ਵੀ ਕੁਝ ਹੋਰ ਕਲਾਈਮੇਟ ਚੇਂਜ ਇਸ਼ੂਜ਼ ਨੇ ਜਾਂ ਉੱਦਾਂ ਦੀਆਂ ਕੁਝ ਡਿਵੈਲਪਮੈਂਟ ਰਿਲੇਟਡ ਇਸ਼ੂਜ਼ ਨੇ, ਉਹਨਾਂ ਦੇ ਲਈ ਉਹ ਵਰਲਡ ਬੈਂਕ ਆ ਮੈਂਬਰ ਕੰਟਰੀਜ਼ ਨੂੰ ਫਾਈਨੈਂਸ਼ੀਅਲ, ਟੈਕਨੀਕਲ ਤੇ ਪਾਲਿਸੀ ਪੁਆਇੰਟ ਆਫ ਵਿਊ ਤੋਂ ਸਪੋਰਟ ਪ੍ਰੋਵਾਈਡ ਕਰਦਾ। ਬਟ ਜੇ ਆਪਾਂ ਗੱਲ ਕਰੀਏ IMF ਦੀ, ਸਪੋਰਟ ਇਹ ਵੀ ਪ੍ਰੋਵਾਈਡ ਕਰਦਾ, ਕਿਹਨਾਂ ਨੂੰ ਕਰਦਾ? ਫਾਈਨੈਂਸ਼ੀਅਲ ਅਸਿਸਟੈਂਸ ਟੂ ਦੋਜ਼ ਕੰਟਰੀਜ਼ ਜਿਨ੍ਹਾਂ ਦੇ ਵਿੱਚ ਫਾਈਨੈਂਸ਼ੀਅਲ ਕ੍ਰਾਈਸਿਸ ਨੇ। ਜਿਵੇਂ ਆਪਾਂ ਗੱਲ ਕਰਦੇ ਨਾ 1991 ਦੇ ਵਿੱਚ ਇੰਡੀਆ ਦੀ ਜੋ ਇਕਨੋਮੀ ਸੀ ਉਹ ਬਹੁਤ ਨੀਚੇ ਜਾ ਚੁੱਕੀ ਸੀ। ਉਦੋਂ ਆਪਣੇ ਕੋਲੇ ਸਾਡੇ ਫੋਰਨ ਜਿਹੜੇ ਰਿਜ਼ਰਵਸ ਨੇ ਉਹ ਬਹੁਤ ਘਟ ਗਏ ਸੀ ਤੇ ਫਾਈਨੈਂਸ਼ੀਅਲ ਕ੍ਰਾਈਸਿਸ ਸੀ ਸਾਡੇ। ਸੋ ਉਸ ਚੀਜ਼ ਨੂੰ ਹੈਲਪ ਕਰਨ, ਉਸ ਚੀਜ਼ ਨੂੰ ਇੰਪਰੂਵ ਕਰਨ ਦੇ ਲਈ ਉਦੋਂ IMF ਨੇ ਸਾਨੂੰ ਲੋਨ ਪ੍ਰੋਵਾਈਡ ਕੀਤੇ ਸੀ। ਸੋ ਜੋ IMF ਆ ਇਹ ਆਪਣੇ ਮੈਂਬਰ ਕੰਟਰੀਜ਼ ਨੂੰ, ਜਿਹੜੇ ਵੀ ਮੈਂਬਰ ਕੰਟਰੀਜ਼ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਥਰੂ ਜਾ ਰਹੇ ਨੇ, ਫਾਈਨੈਂਸ਼ੀਅਲ ਕ੍ਰਾਈਸਿਸ ਫੇਸ ਕਰ ਰਹੇ ਨੇ, ਉਹਨਾਂ ਨੂੰ ਫਾਈਨੈਂਸ਼ੀਅਲ ਕ੍ਰਾਈਸਿਸ ਚੋਂ ਬਾਹਰ ਨਿਕਲਣ ਲਈ ਤੇ ਉਹਨਾਂ ਦੀ ਇਕਨੋਮੀ ਨੂੰ ਦੁਬਾਰਾ ਡਿਵੈਲਪਮੈਂਟ, ਦੁਬਾਰਾ ਕਹਿ ਲਓ ਵੀ ਇੱਕ ਗਰੋਇੰਗ ਪਾਥ ਦੇ ਉੱਪਰ ਲੈ ਕੇ ਆਉਣ ਲਈ ਫਾਈਨੈਂਸ਼ੀਅਲ ਸਪੋਰਟ IMF ਪ੍ਰੋਵਾਈਡ ਕਰਦਾ। ਜਿਵੇਂ ਹੁਣ ਰੀਸੈਂਟਲੀ ਪਿੱਛੇ ਸ੍ਰੀਲੰਕਾ ਨੂੰ ਕੀਤੀ ਸੀ, ਪਲੱਸ ਹੋਰ ਵੀ ਕਈ ਕੰਟਰੀਜ਼ ਨੇ ਜਿਨ੍ਹਾਂ ਨੂੰ IMF ਨੇ ਸਪੋਰਟ ਕੀਤੀ ਹੈ, ਕਿਉਂਕਿ ਆਪਾਂ ਦੇਖਿਆ ਵੀ ਪਿੱਛੇ ਸ੍ਰੀਲੰਕਾ 'ਚ ਬਹੁਤ ਜ਼ਿਆਦਾ ਕ੍ਰਾਈਸਿਸ ਆ ਗਏ ਸੀ। ਸੋ ਇੱਕ ਗੱਲ ਬਸ ਇਹਨਾਂ ਧਿਆਨ 'ਚ ਰੱਖਿਓ ਵੀ ਇਹ ਸਿਰਫ ਉਹਨਾਂ ਕੰਟਰੀਜ਼ ਨੂੰ ਸਪੋਰਟ ਕਰੂ ਜਿਹੜੀਆਂ ਫਾਈਨੈਂਸ਼ੀਅਲ ਕ੍ਰਾਈਸਿਸ ਫੇਸ ਕਰ ਰਹੀਆਂ ਨੇ। ਤੇ ਹੁਣ ਆਪਾਂ ਗੱਲ ਕਰੀਏ ਵੀ ਫਾਈਨੈਂਸ਼ੀਅਲ ਸਪੋਰਟ ਕਿਵੇਂ ਪ੍ਰੋਵਾਈਡ ਕਰਦਾ। ਇਹਦੇ IMF ਕੋਲੇ ਨਾ ਡਿਫਰੈਂਟ ਇੰਸਟਰੂਮੈਂਟਸ ਨੇ, ਡਿਫਰੈਂਟ ਟੂਲਸ ਨੇ ਜਿਨ੍ਹਾਂ ਦੇ ਥਰੂ ਮੈਂਬਰ ਕੰਟਰੀਜ਼ ਨੂੰ ਪੈਸਾ ਦਿੱਤਾ ਜਾਂਦਾ। ਕਿਹੜੇ ਨੇ ਜੀ ਉਹ? ਫਸਟ ਇਜ਼ ਰੈਪਿਡ ਕ੍ਰੈਡਿਟ ਫੈਸਿਲਿਟੀ। ਇਹਨਾਂ ਦੇ ਹੁਣ ਨਾਂ ਧਿਆਨ 'ਚ ਰੱਖ ਲਓ, ਡਿਟੇਲ 'ਚ ਇਹਨਾਂ ਨੂੰ ਇਕਨੋਮੀ 'ਚ ਕਰਿਆ ਜਾਊ। ਵੈਸੇ ਬਹੁਤੀ ਡਿਟੇਲ ਕਰਨ ਦੀ ਲੋੜ ਨਹੀਂ ਹੈ ਆਪਾਂ ਨੂੰ, ਕਿਉਂਕਿ ਇੰਨਾ ਡੀਪ ਆਪਾਂ ਨੂੰ ਲੋੜ ਨਹੀਂ ਹੈ, ਪੇਪਰ ਲਈ ਰਿਕੁਆਇਰਡ ਨਹੀਂ ਹੈ। ਬਟ ਫਿਰ ਵੀ ਜਦੋਂ ਆਪਾਂ ਇਕਨੋਮੀ ਦੇ ਵਿੱਚ ਇੰਟਰਨੈਸ਼ਨਲ ਇੰਸਟੀਟਿਊਸ਼ਨਸ ਕਰਾਂਗੇ ਉਦੋਂ ਇਹਨਾਂ ਬਾਰੇ ਥੋੜ੍ਹਾ ਜਿਹਾ ਹੋਰ ਡਿਟੇਲ 'ਚ ਕਰ ਲਾਂਗੇ। ਹੁਣ ਬਸ ਇਹਨਾਂ ਧਿਆਨ ਰੱਖ ਲਓ ਵੀ ਜਿਹੜੀ ਰੈਪਿਡ ਕ੍ਰੈਡਿਟ ਫੈਸਿਲਿਟੀ ਹੈ ਜਾਂ ਸਟੈਂਡ ਬਾਈ ਅਰੇਂਜਮੈਂਟ ਹੈ ਜਾਂ ਐਕਸਟੈਂਡਡ ਫੰਡ ਫੈਸਿਲਿਟੀ ਹੈ ਜਾਂ ਫਲੈਕਸੀਬਲ ਕ੍ਰੈਡਿਟ ਲਾਈਨ ਹੈ, ਪ੍ਰੀਕਾਸ਼ਨਰੀ ਐਂਡ ਲਿਕੁਇਡਿਟੀ ਲਾਈਨ, ਦੈਨ ਰੈਪਿਡ ਫਾਈਨੈਂਸਿੰਗ ਇੰਸਟਰੂਮੈਂਟ। ਇਹ ਜਿਹੜੇ 5 ਇੰਸਟਰੂਮੈਂਟ, ਇਹ ਜਿਹੜੇ 6 ਇੰਸਟਰੂਮੈਂਟਸ ਨੇ ਇਹ IMF ਯੂਜ਼ ਕਰਦੀ ਹੈ ਕਾਹਦੇ ਲਈ? ਆਪਣੀਆਂ ਮੈਂਬਰ ਨੇਸ਼ਨਸ ਨੂੰ ਫਾਈਨੈਂਸ਼ੀਅਲ ਸਪੋਰਟ ਪ੍ਰੋਵਾਈਡ ਕਰਨ ਲਈ,
ठीक है जी। ये इंस्ट्रूमेंट्स तुहानूं याद होने चाहिए ने। इन्हां 6 इंस्ट्रूमेंट्स के थ्रू इन्हां 6 दियां अलग अलग कंडीशनस ने, किस कंट्री नूं किस कंडीशन के उपर किस रेट के उपर फंड देने ने, फाइनेंसिस देने ने, वो डिसाइड करती है IMF। तो जिमें जिमें उन्होंने कंडीशन जिमें जिमें कंट्री दी रिक्वायरमेंट्स होंदियां ने, उस तरह इन्हां दे विचों कोई भी जिहड़ा सूटेबल उन्होंने लिए इंस्ट्रूमेंट हुंदा उहनूं यूज़ करके उहदे अंडर इन्हां नूं फंड्स प्रोवाइड किए जाते हैं। बस ये ध्यान च रख लो भी 6 फैसिलिटीज़ ने, 6 इंस्ट्रूमेंट्स ने IMF यूज़ करता जी। ये फिर अपने को कुछ होर इंपॉर्टेंट फैक्ट्स ने जिहड़े IMF लिए सानूं पता होने चाहिए ने। वो है IMF की गवर्नेंस किवें हुंदी आ। ये सब तो पहला हुंदा जी बोर्ड ऑफ गवर्नर्स। बोर्ड ऑफ गवर्नर्स जिहदे विच गवर्नर हुंदे ने, एक मेन गवर्नर हो गया प्लस 1 गवर्नर एंड 1 अल्टरनेट गवर्नर फ्रॉम ईच मैंबर कंट्री। हर एक मैंबर नेशन का 190 मैंबर ने, उन्होंने विचों एक एक उन्होंने अपॉइंट किया एज अल्टरनेट गवर्नर। एक तो गवर्नर पूरी बॉडी का हो गया, प्लस 190 अल्टरनेट गवर्नर्स होंगे जिहड़े 190 मैंबर कंट्रीज मैंबर नेशनस ने अपॉइंट किए हैं। तो इंडिया का अल्टरनेट गवर्नर कौन है जी? इंडिया का अल्टरनेट गवर्नर है साडा RBI गवर्नर। जिहड़ा भी साडा RBI का गवर्नर हुंदा वो एक्ट करता एज अल्टरनेट गवर्नर ऑफ IMF, ठीक है जी, फ्रॉम इंडिया। प्लस जिहड़ा साडा फाइनेंस मिनिस्टर है वो एक्ट करता एज एक्स ऑफिशियो गवर्नर ऑफ IMF, ठीक है जी। दो चीज़ां ध्यान रखियो, जिहड़ा साडा RBI का गवर्नर है वो एक्ट करता एज अल्टरनेट गवर्नर एट IMF फ्रॉम द साइड ऑफ इंडिया, तो जिहड़ा साडा फाइनेंस मिनिस्टर है वो एक्ट करता एक्स ऑफिशियो गवर्नर एट IMF फ्रॉम इंडिया। दैन सैकेंड इहदी जो बॉडी आउंदी है इहदी गवर्नेंस विच, दैट इज एग्जीक्यूटिव बोर्ड। जिवें तुहानूं पहिलां दस्सिया सी भी एग्जीक्यूटिव बोर्ड दे विच 24 मैंबर ने, ठीक है जी। इन्हां 24 मैंबरां नूं इलैक्ट कौन करदा? इन्हां 24 मैंबरां नूं इलैक्ट करदा बोर्ड ऑफ गवर्नर्स। तो जो प्रेजेंट MD है दी मैनेजिंग डायरैक्टर आ, जो एग्जीक्यूटिव बोर्ड की हैड आ, MD कहने जिन्हों आप मैनेजिंग डायरैक्टर, कौन है जी? वो क्रिस्टलिना जोराजिवा, ठीक है जी। ये ध्यान रखियो, पूछा जा सकता पेपर के इदां दा क्वेश्चन HCS 2021 च पूछा गया सी। सो PCS दे विच भी पूछा जा सकता। जिवें तुहानूं पहिलां भी दस्सिया सी कि फीफा के प्रेजिडेंट बारे पूछा सी इन्हां ने कौन है। तो उस तरह उदों जो 2018 दे विच इमरान खान पाकिस्तान के प्राइम मिनिस्टर बने तो उन्होंने पोलीटिकल पार्टी का नाम पूछ लिया सी भी किहड़ी पार्टी है उन्होंने, इन्हां चों 4 पार्टीज़ का नाम दे के पूछा सी कि इमरान खान की पार्टी किहड़ी आ। ये PCS का क्वेश्चन दस रहा मैं तुहानूं। सो इदां दे फैक्ट पुछ लैंदे ने। तुहानूं पता होना चाहिए IMF का प्रेजेंट जो MD आ कौन है, दैट इज क्रिस्टलिना जोराजिवा। तो गीता गोपीनाथ जो इंडिया तो है जी, वो ये फर्स्ट डिप्टी MD है, ठीक है जी। फर्स्ट डिप्टी मैनेजिंग डायरैक्टर ऑफ IMF इज गीता गोपीनाथ। तो फिर आप एग्जीक्यूटिव डायरैक्टर्स की गल की, उन्होंने एग्जीक्यूटिव बोर्ड के सुब्रमणियन कृष्णा मूर्ति सुब्रमणियन है जो वो इंडिया के एग्जीक्यूटिव डायरैक्टर ने IMF के, ठीक है जी। ये तीनों फैक्ट तुहानूं पता होने चाहिए ने। MD कौन है, तो गीता गोपीनाथ साडे लई तां इंपॉर्टेंट है, वो फर्स्ट डिप्टी MD, बट वो बिलोंग करते हैं इंडिया नूं, दैट्स वाई साडे लई इंपॉर्टेंट हो जाते हैं वो, ये तुहानूं पता होना चाहिए। फिर इंडिया का जो एग्जीक्यूटिव डायरैक्टर आ उत्थे बोर्ड दे विच, वो कौन है, जो है के सुब्रमणियन। फिर ये रिलेटेड IMF के रिलेटेड एक होर चीज़ आ IMF कोटा। IMF कोटा की है, जिहड़े भी ये मैंबर नेशनस IMF नूं ज्वाइन करते हैं उन्होंने कुछ ना कुछ अमाउंट IMF के कोटा के रखनी होंगी है, एज कुछ ना कुछ फंड्स देने होंगे जिन्होंने आप बाद चों यूज़ कर सकते हैं जो आपां नूं लोड़ पवे, उहनूं आपां कहने IMF कोटा। तो ये कोटा किवें डिसाइड हुंदा जां इंडिया का कोटा किन्ना गा, उहदे बारे आपां गल करिए। एवरी मैंबर हैज़ टू सबसक्राइब अ सर्टेन कोटा, जिन्हों आपां कंट्रीब्यूशन मेड बाय अ मैंबर टू IMF कह सकते हैं। इनू कैलकुलेट करन दे ना 4 पॉइंट्स ने जिन्हां दे बेसिस ते कैलकुलेट किया जाता। फर्स्ट है उस नेशन की एग्रीगेट GDP कितनी है, ठीक है जी, उन्होंने सब तो ज़्यादा वेटेज दिता। मतलब कि जे किसी कंट्री का कोटा ज़्यादा गा, कोई कंट्री ज़्यादा फंड्स दे रही है IMF नूं, दैट मीनस उसकी GDP बहुत स्ट्रोंग है, क्योंकि 50% जो वेटेज है वो सिर्फ GDP नूं दिता। फर्स्ट इज वेटेड एवरेज ऑफ GDP, तो जो साडा सैकेंड ये अंडर पैरामीटर है दैट इज ओपननेस ऑफ द इकोनॉमी। मतलब इकोनॉमी उतों की किन्नी कुछ ओपन आ, बाहर आप बाहरलियां कंट्रीज़ के नाल होर नेशनस के नाल कितना ट्रेड कर रहे हैं, ठीक है जी। ओपननेस ऑफ इकोनॉमी उन्होंने 30% वेटेज दिता। दैन थर्ड इज इकनॉमिक वेरीएबिलिटी 15%, मतलब किन्नी जल्दी आपां इकोनॉमी दे विच जो सानूं रिक्वायर्ड चेंजिस ने परिवर्तन ने किन्नी जल्दी उन्होंने चेंजिस नूं अडोप्ट कर रहे हैं,
ਠੀਕ ਹੈ ਜੀ। ਮਤਲਬ ਟੈਕਨੋਲੋਜੀ ਆ ਰਹੀ ਹੈ ਉਹਨੂੰ ਅਡਾਪਟ ਕਰ ਰਹੇ ਹੈ ਕਿ ਨਹੀਂ ਕਰ ਰਹੇ, ਨਵੀਂ ਰਿਸਰਚ ਐਂਡ ਡਿਵੈਲਪਮੈਂਟ ਲਿਆ ਰਹੇ ਹੈ ਕਿ ਨਹੀਂ ਲਿਆ ਰਹੇ, ਉਹਨੂੰ 15% ਵੇਟੇਜ ਦਿੱਤਾ। ਦੈਨ ਦ ਲਾਸਟ ਇਜ਼ ਇੰਟਰਨੈਸ਼ਨਲ ਰਿਜ਼ਰਵਸ। ਜਿਵੇਂ ਸਾਡੇ ਕੋਲ ਇੰਟਰਨੈਸ਼ਨਲ ਰਿਜ਼ਰਵਸ ਹੁੰਦੇ ਨੇ, ਉਹ ਫੋਰਨ ਕਰੰਸੀ ਹੋ ਸਕਦੀ ਹੈ, ਠੀਕ ਹੈ, ਜਾਂ ਕਿਸੇ ਹੋਰ ਮੇਨਲੀ ਫੋਰਨ ਕਰੰਸੀ ਹੀ ਹੁੰਦੀ ਹੈ ਵੀ ਆਪਾਂ ਕਿਸੇ ਹੋਰ ਜੋ ਮੇਨ ਗਲੋਬਲ ਲੈਵਲ ਤੇ ਜਿਹੜੀ ਕਰੰਸੀ ਟ੍ਰੇਡ ਹੁੰਦੀ ਹੈ, ਜਿਹਦੇ ਕਰੰਸੀ ਦੇ ਵਿੱਚ ਟ੍ਰੇਡ ਹੁੰਦੀ ਆ, ਉਹਦੇ ਰਿਜ਼ਰਵ ਸਾਡੇ ਕੋਲ ਕਿੰਨੇ ਨੇ, ਉਹਨਾਂ ਦੇ ਬੇਸਿਸ ਤੇ ਵੀ ਇਹ ਕੋਟਾ ਵੱਧਦਾ ਘਟਦਾ ਰਹਿੰਦਾ 5% ਦਾ। ਤੇ ਐਵਰੀ 4 ਇਅਰਸ ਇਹ ਕੋਟੇ ਨੂੰ ਅਪਡੇਟ ਕੀਤਾ ਜਾਂਦਾ। ਤੇ ਫਿਰ ਆਪਣੇ ਕੋਲ ਆ ਗਿਆ ਇੱਕ ਹੋਰ ਇਹਦੇ ਲਈ ਟਰਮ ਹੈ, ਦੈਟ ਇਜ਼ ਸਪੈਸ਼ਲ ਡਰਾਇੰਗ ਰਾਈਟ, SDR। IMF ਦੇ ਰਿਲੇਟਡ ਜਿੰਨੇ ਵੀ ਫੈਕਟ ਨੇ ਨਾ, ਉਹ ਤੁਹਾਨੂੰ ਸਾਰੇ ਮੈਂ ਇੱਥੇ ਕਵਰ ਕਰਵਾ ਦੇ, ਤਾਂ ਹੀ ਇਹ ਥੋੜਾ ਜਿਹਾ ਲੈਂਦੀ ਹੋ ਰਿਹਾ ਟੌਪਿਕ। ਬਟ ਇਹਦੇ ਲਈ ਜਿੰਨੇ ਵੀ ਫੈਕਟ ਨੇ ਜਿਹੜੇ ਸਾਡੇ ਪੇਪਰ ਲਈ ਇੰਪੋਰਟੈਂਟ ਨੇ, ਉਹ ਸਾਰੇ ਆਪਾਂ ਅੱਜ ਇੱਥੇ ਕਵਰ ਕਰ ਲਏ। ਸੋ ਤੁਹਾਨੂੰ ਜਦੋਂ ਵੀ IMF ਬਾਰੇ ਤੁਸੀਂ ਪੜ੍ਹਨਾ ਤਾਂ ਸਿਰਫ ਇਹ ਸਲਾਈਡ ਪੜ੍ਹ ਲਓ, ਹੋਰ ਤੁਹਾਨੂੰ ਕੁਝ ਪੜ੍ਹਨ ਦੀ ਲੋੜ ਨਹੀਂ ਹੈ। ਜੋ ਕੁਝ ਇਹਦੇ ਬਾਅਦ ਕਰੰਟ ਚੇਂਜਸ ਆ ਰਹੀਆਂ ਨੇ, ਉਹ ਤੁਹਾਨੂੰ ਅਪਡੇਟ ਕਰਨੀਆਂ ਪੈਣੀਆਂ। ਬਟ IMF ਦੀ ਜੇ ਆਪਾਂ ਗੱਲ ਕਰ ਲਈਏ ਹੁਣ ਤਾਂ ਗੱਲ ਕਰੀਏ ਤਾਂ ਜੋ ਇੱਥੇ ਸਲਾਈਡ 'ਚ ਕਰਵਾਤਾ ਪੇਪਰ 'ਚ, ਉਹਦੇ ਬਾਹਰ ਜੇ ਕੁਝ ਪੁੱਛਿਆ ਜਾਊ IMF ਦੇ, ਉਹ ਨਹੀਂ ਹੋਊਗਾ, ਇਹਦੇ ਵਿੱਚੋਂ ਹੀ ਪੁੱਛਿਆ ਜਾਊ ਸਾਰਾ ਕੁਝ, ਠੀਕ ਹੈ। ਤੇ ਫਿਰ ਆਪਾਂ ਗੱਲ ਕਰ ਲਈ ਜਿਵੇਂ ਕੋਟੇ ਦੀ ਗੱਲ ਕਰ ਲਈ, ਫਿਰ ਆਪਾਂ ਗੱਲ ਕਰਦੇ ਹਾਂ ਸਪੈਸ਼ਲ ਡਰਾਇੰਗ ਰਾਈਟਸ ਦੀ। ਜਿਵੇਂ ਸਪੈਸ਼ਲ ਡਰਾਇੰਗ ਰਾਈਟ ਜਿਹਨੂੰ SDR ਕਹਿ ਦਿੰਦੇ, ਉਹ ਕੀ ਹੈ ਜੀ? ਇਹ IMF ਦੀ ਯੂਨਿਟ ਆਫ ਅਕਾਊਂਟ ਹੈ, ਠੀਕ ਹੈ। ਮਤਲਬ ਕਿਹੜੀ ਯੂਨਿਟ ਦੇ ਵਿੱਚ ਇਹਨਾਂ ਨੇ ਜਿਹੜੇ ਆਪਾਂ ਪੈਸੇ ਰੱਖਣੇ ਨੇ ਉਹਨਾਂ ਨੂੰ ਕਿਹੜੀ ਯੂਨਿਟ 'ਚ ਮੈਜ਼ਰ ਕਰਨਾ, ਉਹਨੂੰ ਕਹਿੰਦੇ ਆ SDR, ਸਪੈਸ਼ਲ ਡਰਾਇੰਗ ਰਾਈਟਸ। ਧਿਆਨ ਰੱਖਿਓ ਇਹ ਕਰੰਸੀ ਨਹੀਂ ਹੈ ਕੋਈ। ਕਈ ਵਾਰੀ ਪੇਪਰ 'ਚ ਪੁੱਛਿਆ ਜਾਂਦਾ, UPSC ਪੁੱਛਿਆ ਗਿਆ ਪਹਿਲਾਂ ਹੈ ਕਿ SDR ਇਜ਼ ਅ ਕਰੰਸੀ ਯੂਜ਼ਡ ਬਾਈ IMF। ਨਹੀਂ ਜੀ, ਇਹ ਕਰੰਸੀ ਨਹੀਂ ਹੈ, ਇਹ ਸਿਰਫ ਤੇ ਸਿਰਫ ਇੱਕ ਯੂਨਿਟ ਆਫ ਅਕਾਊਂਟ ਆ, ਠੀਕ ਹੈ। ਤੇ ਜਿਹੜੀ SDR ਬਾਸਕਟ ਆ, ਉਹਦੇ ਵਿੱਚ ਨਾ ਕੁਝ ਕਰੰਸੀਜ਼ ਨੇ ਜਿਨ੍ਹਾਂ ਨੂੰ ਐਡ ਕੀਤਾ ਹੋਇਆ। ਮਤਲਬ ਜੇ ਕਿਸੇ ਕੰਟਰੀ ਨੇ ਜੋ IMF ਦਾ ਮੈਂਬਰ ਆ, ਉਹਨੇ ਪੈਸੇ, ਜਿਵੇਂ ਆਪਾਂ ਕਹਿ ਲਓ ਵੀ ਆਪਾਂ ਲੱਖ ਰੁਪਈਆ ਇੰਡੀਆ ਨੇ ਉੱਥੇ ਰੱਖਤਾ, ਉਹਦੇ ਚੋਂ IMF ਕਹਿੰਦਾ ਵੀ ਕੁਝ ਪਰਸੈਂਟ ਆ ਜਿਹੜਾ ਉਹ ਤੁਸੀਂ ਉਸੇ, ਜਿਵੇਂ ਆਪਾਂ ਰੱਖਿਆ ਇਨ ਦਾ ਫਾਰਮ ਆਫ ਇੰਡੀਅਨ ਰੁਪੀ, ਠੀਕ ਹੈ ਜੀ, ਉਹਦੇ ਚੋਂ ਕੁਝ ਨਾ ਕੁਝ ਪਰਸੈਂਟ ਆ ਜਿਹੜਾ ਉਹਨੂੰ ਆਪਾਂ ਇੰਡੀਅਨ ਰੁਪੀ 'ਚ ਕਢਵਾ ਕੇ ਯੂਜ਼ ਕਰ ਸਕਦੇ ਹਾਂ ਜੇ ਸਾਨੂੰ ਜ਼ਰੂਰਤ ਪਊ। ਬਾਕੀ ਜਿਹੜਾ ਰਿਮੇਨਿੰਗ ਆ, ਜਿਵੇਂ ਆਪਾਂ ਉਹਨਾਂ ਨੇ ਕਹਿੰਦਾ ਵੀ 25% ਆ ਤੁਹਾਡਾ, ਉਹ ਲੱਖ ਚੋਂ 25% ਆ ਜਿਹੜਾ 25000 ਤੁਸੀਂ ਇੰਡੀਅਨ ਰੁਪੀ ਦੇ ਫਾਰਮ 'ਚ ਕਢਵਾ ਕੇ ਯੂਜ਼ ਕਰ ਸਕਦੇ ਹੋ। ਤੇ ਜਿਹੜਾ 75 ਰਹਿ ਗਿਆ, ਉਹ ਕਿਵੇਂ ਯੂਜ਼ ਕਰਨਾ? ਉਹ ਯੂਜ਼ ਕਰਨਾ ਆਪਾਂ ਜੋ SDR ਦੇ ਅੰਡਰ ਕਰੰਸੀਜ਼ ਐਡ ਕੀਤੀਆਂ ਹੋਈਆਂ ਨੇ, ਜਿਹਨੂੰ ਆਪਾਂ SDR ਬਾਸਕਟ ਕਹਿ ਦਿੰਦੇ ਆ। ਉਹਦੇ 'ਚ ਨਾ ਕੁਝ ਕਰੰਸੀਜ਼ ਨੇ ਜਿਹੜੀਆਂ ਗਲੋਬਲ ਲੈਵਲ ਤੇ ਜਿਨ੍ਹਾਂ ਦੇ ਵਿੱਚ ਟ੍ਰੇਡ ਹੁੰਦੀ ਆ, ਉਹ ਕਰੰਸੀਜ਼ ਨੇ। ਆਪਾਂ ਜਿਹੜਾ ਬਾਕੀ 75% ਹਿੱਸਾ ਹੋਊ ਸਾਡੇ ਫੰਡਸ ਦਾ, ਉਹਨੂੰ ਜੇ ਯੂਜ਼ ਕਰਨ ਦੀ ਸਾਨੂੰ ਲੋੜ ਪੈਂਦੀ ਆ ਤਾਂ ਉਹ ਆਪਾਂ ਇਹਨਾਂ ਕਰੰਸੀਜ਼ ਦੇ ਵਿੱਚੋਂ ਕਿਸੇ ਵੀ ਇੱਕ ਕਰੰਸੀ ਦੀ ਫਾਰਮ ਦੇ ਵਿੱਚ ਯੂਜ਼ ਕਰ ਸਕਦੇ ਹਾਂ। ਕਿਹੜੀਆਂ ਕਰੰਸੀਜ਼ ਨੇ ਜੀ? ਸਭ ਤੋਂ ਪਹਿਲਾਂ ਅਮਰੀਕਨ ਡਾਲਰ, ਦੈਨ ਯੂਰੋ, ਦੈਨ ਪਾਉਂਡ ਸਟਰਲਿੰਗ, ਦੈਨ ਜੈਪਨੀਜ਼ ਯੈਨ, ਦੈਨ ਚਾਈਨੀਜ਼ ਯੂਆਨ ਔਰ ਰੈਨ ਮਿਨਬੀ। ਚਾਈਨੀਜ਼ ਯੂਆਨ, ਜਿਹਨੂੰ ਰੈਨ ਮਿਨਬੀ ਵੀ ਕਿਹਾ ਜਾਂਦਾ, ਇਹ ਲੇਟੈਸਟ ਐਂਟਰੀ ਆ ਟੂ SDR ਬਾਸਕਟ। ਧਿਆਨ ਰੱਖਿਓ, ਇੰਪੋਰਟੈਂਟ ਫੈਕਟ ਆ ਕਿ ਜੇ ਆਪਾਂ ਪੁੱਛੀਏ, ਆਪਾਂ ਨੂੰ ਕੁਐਸਚਨ ਪੁੱਛਿਆ ਜਾਵੇ ਕਿ SDR ਬਾਸਕਟ ਦੇ ਵਿੱਚ ਜਾਂ IMF ਦੀ SDR ਬਾਸਕਟ ਦੇ ਵਿੱਚ ਲੇਟੈਸਟ ਕਿਹੜੀ ਕਰੰਸੀ ਨੂੰ ਐਡ ਕੀਤਾ ਗਿਆ? ਉਹ ਕੀਤਾ ਗਿਆ ਜੀ ਚਾਈਨੀਜ਼ ਯੂਆਨ ਨੂੰ, ਜਿਹਨੂੰ ਆਪਾਂ ਰੈਨਮਿਨਬੀ ਵੀ ਕਹਿ ਦਿੰਦੇ ਆ। ਇਹ 2016 ਦੇ ਵਿੱਚ ਐਡ ਹੋਇਆ ਸੀ, ਤੇ 2016 ਜਾਂ 17 ਦੇ ਵਿੱਚ ਹੀ UPSC ਨੇ ਕੁਐਸਚਨ ਪੁੱਛ ਲਿਆ ਸੀ ਇਹ, ਠੀਕ ਹੈ। ਤੇ ਇਹ ਹੁਣ ਵੀ ਪੁੱਛਿਆ ਜਾ ਸਕਦਾ, ਕੋਈ ਏਡੀ ਵੱਡੀ ਗੱਲ ਨਹੀਂ ਹੈ ਕਿ ਜੇ ਪਹਿਲਾਂ ਪੁੱਛ ਲਿਆ ਦੁਬਾਰਾ ਨਹੀਂ ਪੁੱਛਿਆ ਜਾ ਸਕਦਾ। ਸੋ ਇਹ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ ਕਿਹੜੀਆਂ ਕਰੰਸੀਜ਼ ਨੇ, ਠੀਕ ਹੈ। ਤੇ ਫਿਰ ਆਪਾਂ ਜੇ IMF ਦੀ ਗੱਲ ਕਰਦੇ ਹਾਂ ਵੀ ਜਿਹੜੀ ਮੈਂਬਰਸ ਨੇ, ਉਹਨਾਂ ਦੀ ਜਿਹੜੀ ਵੋਟਿੰਗ ਪਾਵਰ ਆ ਨਾ, ਉਹ ਡਾਇਰੈਕਟਲੀ ਡਿਪੈਂਡ ਕਰਦੀ ਹੈ ਉਹਨਾਂ ਦੇ ਕੋਟਾ ਦੇ ਉੱਪਰ। ਜਿੰਨਾ ਕਿਸੇ ਕੰਟਰੀ ਨੂੰ ਕੋਟਾ ਦਿੱਤਾ, ਓਨਾ ਹੀ ਪਰਸੈਂਟ ਉਹਦੇ ਕੋਲ ਉਹਨਾਂ ਦੀ ਵੋਟਿੰਗ ਰਾਈਟਸ ਦਾ ਹੋਊ। ਜੇ ਆਪਾਂ ਕਹਿ ਲਈਏ 100% ਦੇ ਵਿੱਚੋਂ ਇੰਡੀਆ ਕੋਲੇ 2% ਕੋਟਾ ਇੰਡੀਆ ਦਾ ਹੈਗਾ, ਤਾਂ 100 ਵੋਟਾਂ ਦੇ ਵਿੱਚੋਂ 2 ਵੋਟਸ ਨੇ ਜਿਹੜੀਆਂ ਉਹ ਇੰਡੀਆ ਦੀਆਂ ਹੋਣਗੀਆਂ, ਠੀਕ ਹੈ ਜੀ। ਪਲੱਸ ਇੱਕ ਹੋਰ ਇੰਪੋਰਟੈਂਟ ਜਿਹੜਾ ਸਾਡੇ ਲਈ ਹੈ ਫੈਕਟ, ਉਹ ਇਹ ਹੈ ਕਿ ਮੈਂਬਰਸ਼ਿਪ ਇਨ IMF ਇਜ਼ ਅ ਪ੍ਰੀ ਰਿਕੁਇਸਾਈਟ ਟੂ ਮੈਂਬਰਸ਼ਿਪ ਆਫ IBRD। ਜੇ ਕਿਸੇ ਨੇ ਵਰਲਡ ਬੈਂਕ ਦਾ ਮੈਂਬਰ ਬਣਨਾ ਕਿਸੇ ਨੇਸ਼ਨ ਨੇ, ਤਾਂ ਉਹਦੇ ਲਈ ਉਹਨੂੰ IMF ਦਾ ਮੈਂਬਰ ਹੋਣਾ ਜ਼ਰੂਰੀ ਆ। ਵੈਰੀ ਇੰਪੋਰਟੈਂਟ ਫੈਕਟ, ਤੁਹਾਨੂੰ ਪਤਾ ਹੋਣਾ ਚਾਹੀਦਾ, ਪੁੱਛਿਆ ਜਾ ਸਕਦਾ ਹੈ। ਦੈਨ ਇੰਪੋਰਟੈਂਟ ਰਿਪੋਰਟਸ ਆਫ IMF, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ IMF ਕੁਛ ਨਾ ਕੁਛ ਰਿਪੋਰਟਸ, ਜਿਵੇਂ ਆਪਾਂ ਵਰਲਡ ਬੈਂਕ ਦੀਆਂ ਰਿਪੋਰਟਸ ਕਰੀਆਂ ਸੀ, ਉਸੇ ਤਰ੍ਹਾਂ IMF ਵੀ ਕੁਛ ਰਿਪੋਰਟਸ ਆ ਜਿਨ੍ਹਾਂ ਨੂੰ ਪਬਲਿਸ਼ ਕਰਦਾ। ਉਹ ਕਿਹੜੀਆਂ ਰਿਪੋਰਟਸ ਨੇ ਜੀ? ਇਹ ਪੇਪਰ 'ਚ ਪੁੱਛੀਆਂ ਜਾਂਦੀਆਂ ਨੇ। ਫਸਟ ਵਨ ਇਜ਼ ਵਰਲਡ ਇਕਨੋਮਿਕ ਆਊਟਲੁੱਕ, ਵੈਰੀ ਇੰਪੋਰਟੈਂਟ। ਸੈਕੰਡ ਇਜ਼ ਗਲੋਬਲ ਫਾਈਨੈਂਸ਼ੀਅਲ ਸਟੇਬਿਲਿਟੀ ਰਿਪੋਰਟ। ਥਰਡ ਵਨ ਫਿਸਕਲ ਮੋਨੀਟਰ। ਇਹ 3 ਇੰਪੋਰਟੈਂਟ ਰਿਪੋਰਟਸ ਨੇ IMF ਦੀਆਂ ਜੋ ਪਬਲਿਸ਼ ਹੁੰਦੀਆਂ ਨੇ। ਤੁਹਾਨੂੰ ਇਹ ਪਤਾ ਹੋਣੇ ਚਾਹੀਦੇ ਨੇ ਵੀ ਇਹ ਰਿਪੋਰਟਸ ਨੂੰ IMF ਪਬਲਿਸ਼ ਕਰਦਾ, ਠੀਕ ਹੈ। ਇਹ ਚੀਜ਼ਾਂ ਯਾਦ ਰੱਖਿਓ। ਤੇ ਹੁਣ ਆਪਾਂ ਗੱਲ ਕਰੀਏ ਸਾਡੇ ਕੁਐਸਚਨ ਦੀ। ਜਿਹੜਾ ਆਪਾਂ ਕੁਐਸਚਨ ਪੁੱਛਿਆ ਸੀ ਉਹਦਾ ਕਈ ਬੱਚਿਆਂ ਨੇ ਆਨਸਰ ਵੀ ਕੀਤਾ ਹੈ। ਕੀ ਕੁਐਸਚਨ ਸੀ ਜੀ?
ਹਾਂ ਦੋ ਕੁਐਸਚਨ ਸੀਗੇ। ਫਸਟ ਵਨ ਵਾਜ਼ ਵਿਚ ਆਫ ਦਾ ਫੋਲੋਇੰਗ ਆਰ ਕਾਲਡ ਬ੍ਰੈਟਨ ਵੁਡ ਸਿਸਟਰਸ। ਇਹਦਾ ਆਨਸਰ ਮੋਸਟਲੀ ਬੱਚਿਆਂ ਨੇ ਠੀਕ ਕੀਤਾ। IMF ਐਂਡ ਵਰਲਡ ਬੈਂਕ, ਇਹ ਪਹਿਲਾਂ ਵੀ ਆਪਾਂ ਕਰ ਲਿਆ ਸੀ। IMF ਤੇ ਵਰਲਡ ਬੈਂਕ ਨੂੰ ਆਪਾਂ ਬ੍ਰੈਟਨ ਵੁਡ ਸਿਸਟਰਸ ਕਹਿੰਦੇ ਹਾਂ ਕਿਉਂਕਿ ਬ੍ਰੈਟਨ ਵੁਡ ਕਾਨਫਰੰਸ 1940 ਦੇ ਅੰਡਰ ਇਹਨਾਂ ਨੂੰ ਬਣਾਇਆ ਗਿਆ ਸੀ। ਸੈਕੰਡ ਕੁਐਸਚਨ ਜੋ UPSC ਨੇ ਪੁੱਛਿਆ ਸੀ 2021 ਦੇ ਵਿੱਚ, ਉਹ ਹੈ ਰੈਪਿਡ ਫਾਈਨੈਂਸਿੰਗ ਇੰਸਟਰੂਮੈਂਟ ਐਂਡ ਰੈਪਿਡ ਕ੍ਰੈਡਿਟ ਫੈਸਿਲਿਟੀ ਆਰ ਰਿਲੇਟਡ ਟੂ ਦ ਪ੍ਰੋਵੀਜ਼ਨਸ ਆਫ ਲੈਂਡਿੰਗ ਆਫ ਵਿਚ ਆਫ ਦਾ ਫੋਲੋਇੰਗ। ਇਹ ਵੀ IMF ਦੇ ਨਾਲ ਰਿਲੇਟਡ ਹੈ ਕਿਉਂਕਿ ਹੁਣੇ ਆਪਾਂ ਡਿਸਕਸ ਕੀਤਾ ਵੀ ਇਹਦੇ 6 ਇੰਸਟਰੂਮੈਂਟਸ ਨੇ ਜਿਨ੍ਹਾਂ ਦੇ ਥਰੂ ਇਹ ਦੂਸਰੇ ਆਪਣੇ ਮੈਂਬਰ ਨੇਸ਼ਨਸ ਨੂੰ ਫੰਡਸ ਪ੍ਰੋਵਾਈਡ ਕਰਦਾ। ਕਿਹੜੇ ਕਿਹੜੇ ਨੇ ਉਹਨਾਂ 6 ਦੇ ਵਿੱਚੋਂ 2 ਇੰਸਟਰੂਮੈਂਟ ਇਹ ਨੇ, ਰੈਪਿਡ ਫਾਈਨੈਂਸਿੰਗ ਇੰਸਟਰੂਮੈਂਟ ਐਂਡ ਰੈਪਿਡ ਕ੍ਰੈਡਿਟ ਫੈਸਿਲਿਟੀ। ਠੀਕ ਹੈ ਜੀ, ਇਹ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਸੋ ਦਿਸ ਇਜ਼ ਆਲ ਅਬਾਊਟ ਟੂਡੇਜ਼ ਕਲਾਸ। ਤੇ ਹੁਣ ਇਹਦੇ ਬਾਅਦ ਆਪਾਂ 9:05 ਤੇ ਸਾਡੀ ਜੋ ਪੰਜਾਬ ਜੀਕੇ ਦੀ ਕਲਾਸ ਆ ਉਹ ਸਟਾਰਟ ਕਰਾਂਗੇ। ਉਹਦੇ 'ਚ ਨਾ ਕੁਝ ਅੱਜ ਆਪਾਂ ਇੰਪੋਰਟੈਂਟ ਫੈਕਟਸ ਨੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ ਕੱਲ ਦੀ ਕਲਾਸ 'ਚ ਕਵਰ ਨਹੀਂ ਹੋਏ, ਉਹਨਾਂ ਨੂੰ ਕਵਰ ਕਰਾਂਗੇ। ਵੈਰੀ ਇੰਪੋਰਟੈਂਟ ਨੇ, ਸਾਡੇ ਪੇਪਰ ਲਈ ਬਹੁਤ ਇੰਪੋਰਟੈਂਟ ਫੈਕਟ ਨੇ ਉਹ। ਸੋ ਕਲਾਸ ਜ਼ਰੂਰ ਲਾਇਓ। ਉਹਦੇ 'ਚ ਤੁਹਾਨੂੰ ਜ਼ਰੂਰ ਅੱਜ ਕੁਛ ਨਾ ਕੁਛ ਕਹਿ ਲਓ ਵੀ 10-15% ਇੱਦਾਂ ਦੀਆਂ ਚੀਜ਼ਾਂ ਮਿਲਣਗੀਆਂ ਜਿਹੜੀਆਂ ਤੁਸੀਂ ਸ਼ਾਇਦ ਹਲੇ ਨਾ ਪੜ੍ਹੀਆਂ ਹੋਣ। ਠੀਕ ਹੈ ਜੀ, 9:05 ਤੇ ਆਪਾਂ ਪੰਜਾਬ ਜੀਕੇ ਦੀ ਕਲਾਸ ਸਟਾਰਟ ਕਰਾਂਗੇ। ਸੋ ਉਹਨੂੰ ਜ਼ਰੂਰ ਦੇਖਿਓ ਤੇ ਜੇ ਕੋਈ ਡਾਊਟ ਆ ਤੁਸੀਂ ਪੁੱਛ ਸਕਦੇ ਹੋ। ਤੇ ਬਾਕੀ ਕਲਾਸ ਅੱਜ ਦੇ ਟੌਪਿਕ ਸੀ ਉਹ ਕਵਰ ਹੋ ਚੁੱਕੇ ਨੇ। ਥੈਂਕ ਯੂ ਵੈਰੀ ਮੱਚ।